ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾਂਗਦ ਦੁਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜੁਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਓ ਬਹਾਰੀ ਤੇਗ ਬਹਾਦੁਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋ ਧਰਾ ਧਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਾ ਮੈਂ ਅੰਮ੍ਰਿਤ ਗਿਆਨ ਹੈ ਮਾਨਖ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨਰਾਗ ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਰਦਾਨਾ ਬਿਗਸਿਓ ਸੁਨਤ ਬੈਠ ਰਹੇ ਤਹਿ ਠੋਰ ਇਸ ਪ੍ਰਕਾਰ ਬੀਤਿਓ ਦਿਵਸ ਕਹਤੇ ਜਗ ਸਿਮਰ ਮੋਰ ਜੁਗੋ ਜੁਗ ਅਟਲ चबर शतर तख्त के मालक, निमानियों के मान गुरु, नितानियों के तान गुरु, गुरु गरीब निवाज,
ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਔਰ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਸਭਾਈਮਾਨ ਹੋਏ ਬੈਠੀ ਸਜੇ ਹੋਏ ਸ਼ਾਮਾਂ ਵੇਲੇ ਦੇ ਸੰਧਿਆ ਵੇਲੇ ਦੇ ਪਵਿੱਤਰ ਦੀਵਾਨਾਂ ਦੀਆਂ ਹਾਜ਼ਰੀਆਂ ਭਰਨਾ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਭਾਗਾ ਵਾਲਿਆਂ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਔਰ ਰਹਿਮਤ ਦੇ ਸਦਕਾ ਆਪਾਂ ਸਾਰਿਆਂ ਨੂੰ ਗੁਰੂ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਘਰ ਦੇ ਕੀਰਤਨੀਆਂ ਦੇ ਪਾਸੋਂ ਆਪ ਸਭ ਸੰਗਤਾਂ ਨੇ ਰੱਬੀ ਬਾਣੀ ਦੇ ਇਲਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੇ ਨਾਲ ਆਪਾਂ ਸਾਰਿਆਂ ਨੇ ਸਾਂਝ ਪਾਉਣੀ ਹੈ। ਪਿਛਲੇ ਦਿਨਾਂ ਤੋਂ ਆਪਾਂ ਇਹ ਨਿਰੰਤਰ ਇਤਿਹਾਸ ਇਹ ਵਿਚਾਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਦੇ ਨਾਲ ਕਵੀ ਜੀ ਦੇ ਲਿਖਣ ਦੇ ਅਨੁਸਾਰ ਮੱਕੇ ਦੀ ਸਤਿਗੁਰੂ ਜੀ ਯਾਤਰਾ ਤੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪੱਖਰ ਤੇ ਸਖਰ ਪਹੁੰਚੇ ਹੈ। ਇੱਥੋਂ ਸਤਿਗੁਰੂ ਜੀ ਨੇ ਕਾਜ਼ੀਆਂ ਵਾਲਾ ਭੇਖ ਬਣਾਇਆ ਹੈ। ਅੱਧਾ ਕੋ ਸਤਿਗੁਰੂ ਜੀ ਦਾ ਭੇਖ ਮੁਸਲਮਾਨਾਂ ਵਾਲਾ ਹੈ ਤੇ ਅੱਧਾ ਕੋ ਸਤਿਗੁਰੂ ਜੀ ਦਾ ਭੇਖ ਜਿਹੜਾ ਹੈ ਪਹਿਰਾਵਾ ਜਿਹੜਾ ਹੈ ਉਹ ਹਿੰਦੂਆਂ ਵਾਲਾ ਹੈ। ਸਤਿਗੁਰੂ ਜੀ ਨੇ ਸੇਲੀ ਟੋਪੀ ਪਾਈ ਹੈ, ਨੀਲੇ ਵਸਤਰ ਪਹਿਨੇ ਨੇ ਤੇ ਨਾਲ ਸਤਿਗੁਰੂ ਜੀ ਨੇ ਤਿਲਕ ਵੀ ਲਾਇਆ ਹੈ ਤੇ ਜਨੇਊ ਵੀ ਪਾਇਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮੱਕੇ ਕਾਬੇ ਦੇ ਵਿੱਚ ਪਹੁੰਚੇ ਹੈ। ਭਾਈ ਮਰਦਾਨਾ ਜੀ ਕਹਿੰਦੇ ਵੀ ਸਤਿਗੁਰੂ ਮੇਰਾ ਮਨ ਕਰਦਾ ਵੀ ਮੈਂ ਅੰਦਰ ਜਾ ਕੇ ਵੇਖ ਕੇ ਆਵਾਂ। ਮੈਂ ਇਹ ਵੀ ਬੇਨਤੀ ਕਰਦੇ ਹਾਂ, ਪਹਿਲਾਂ ਹਰ ਇੱਕ ਨੂੰ ਕਾਬੇ ਦੇ ਵਿੱਚ ਅੰਦਰ ਜਿਹੜੀ ਉਹ ਬਿਲਡਿੰਗ ਹੈ ਉਹਦੇ ਵਿੱਚ ਜਾਣ ਦੀ ਇਜਾਜ਼ਤ ਹੁੰਦੀ ਸੀ। ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਹਰ ਕੋਈ ਉੱਥੇ ਜਾ ਸਕਦਾ ਸੀ, ਉਹਦੇ ਅੰਦਰ ਜਾ ਕੇ ਵੇਖ ਸਕਦਾ ਸੀ। ਪਰ ਜਿਵੇਂ ਜਿਵੇਂ ਮੁਸਲਮਾਨਾਂ ਦਾ ਵਿਸ਼ਵਾਸ ਸ਼ਰਧਾ ਭਾਵਨਾ ਵੱਧਦੀ ਗਈ, ਭੀੜ ਵੱਧਦੀ ਗਈ, ਗਿਣਤੀ ਵੱਧਦੀ ਗਈ ਤੇ ਉੱਥੋਂ ਦੇ ਪ੍ਰਬੰਧਕਾਂ ਨੇ ਜਦੋਂ ਵੇਖਿਆ ਵੀ ਇਸ ਤਰ੍ਹਾਂ ਹਰ ਇੱਕ ਦੇ ਵਾਸਤੇ, ਕਿਉਂਕਿ ਉਹ ਜਿਹੜੀ ਇਮਾਰਤ ਹੈ ਨਾ ਉਹ ਛੋਟੀ ਹੈ, ਬਹੁਤੀ ਵੱਡੀ ਨਹੀਂ, ਵੀ ਇਸ ਤਰ੍ਹਾਂ ਤੇ ਬਹੁਤ ਔਖਾ ਹੋ ਜਾਣਾ, ਤੇ ਉਹਨਾਂ ਨੇ ਉਹਦਾ ਦਰਵਾਜ਼ੇ ਜਿਹੜੇ ਨੇ ਉਹ ਬੰਦ ਕਰਤੇ। ਹੁਣ ਦਰਵਾਜ਼ੇ ਉਹਦੇ ਬੰਦ ਹੈ, ਤਕਰੀਬਨ ਸਾਲ ਦੇ ਵਿੱਚ 2 ਵਾਰੀ ਉਸ ਦਰਵਾਜ਼ੇ ਨੂੰ ਕਾਬੇ ਦੇ ਜਿਹੜੀ ਇਹਨਾਂ ਦੀ ਉਹ ਪਵਿੱਤਰ ਇਮਾਰਤ ਹੈ ਉਹਨੂੰ ਖੋਲ੍ਹਿਆ ਜਾਂਦਾ ਤੇ ਉਹਦੇ ਵਿੱਚ ਵੀ ਹਰ ਇੱਕ ਬੰਦਾ ਨਹੀਂ ਜਾ ਸਕਦਾ, VIP VVIP ਬੰਦੇ ਜਾ ਸਕਦੇ ਆ। ਉਹਨਾਂ ਸਮਿਆਂ ਦੇ ਵਿੱਚ ਉਹ ਆਣਾ ਜਾਣਾ ਖੁੱਲਾ ਹੁੰਦਾ ਸੀ। ਭਾਈ ਮਰਦਾਨਾ ਜੀ ਕਹਿੰਦੇ ਜੀ ਮੈਂ ਅੰਦਰ ਜਾਣਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਾਓ ਦੇਖ ਆਓ। ਭਾਈ ਮਰਦਾਨਾ ਜੀ ਜਦੋਂ ਗਏ ਤੇ ਉੱਥੇ ਸਾਹਮਣੇ ਇੱਕ ਮੌਲਵੀ ਬੈਠਾ, ਕਾਜੀ ਬੈਠਾ, ਉਹ ਕਹਿੰਦਾ ਇੱਥੇ ਖੜ ਕੇ ਕਰ ਲਾ ਨਮਸਕਾਰ, ਅੰਦਰ ਨਹੀਂ ਜਾਣ ਦੇਣਾ, ਅਸੀਂ ਨਹੀਂ ਅੰਦਰ ਜਾਣ ਦੇਣਾ, ਇੱਥੇ ਖੜ ਜਾ। ਭਾਈ ਮਰਦਾਨਾ ਜੀ ਕਹਿੰਦੇ ਵੀ ਮੈਂ ਤੇ ਅੰਦਰ ਜਾਣਾ। ਉਹ ਕਹਿੰਦੇ ਫਿਰ ਅੱਖਾਂ ਬੰਨ੍ਹਣੀਆਂ ਪੈਣੀਆਂ, ਜੇ ਤੇਰੇ ਹੱਥ ਵੀ ਅਸੀਂ ਬੰਨ੍ਹ ਦਿਆਂਗੇ ਤੇ ਸਿਰ ਝੁਕਾ ਕੇ ਅੰਦਰ ਜਾਈਂ। ਭਾਈ ਮਰਦਾਨਾ ਜੀ ਵਾਪਸ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ ਤੇ ਦੱਸਣ ਲੱਗੇ ਵੀ ਮਾਲਕਾ ਉਹਨਾਂ ਦੇ ਅੰਦਰ ਨਹੀਂ ਜਾਣ ਦਿੱਤਾ। ਸਤਿਗੁਰੂ ਜੀ ਕਹਿੰਦੇ ਵੀ ਹੁਣ ਜਾ, ਤੇ ਉਹਨਾਂ ਨੂੰ ਇਸ਼ਾਰਾ ਕਰਦੀ ਵੀ ਮੈਨੂੰ ਉਸ ਕਾਜੀ ਨੇ ਭੇਜਿਆ, ਹਾਜੀ ਨੇ ਭੇਜਿਆ। ਭਾਈ ਮਰਦਾਨਾ ਜੀ ਗਏ ਅੰਦਰ। ਜਦੋਂ ਗਏ ਤੇ ਅੰਦਰ ਜਾ ਕੇ ਉੱਥੇ ਕੀ ਦੇਖਦੇ ਆ ਵੀ ਇੱਕ ਪੱਥਰ ਹੈ ਇਸ ਕਾਬੇ ਦੀ ਇਮਾਰਤ ਦੇ ਵਿੱਚ, ਜਿਸ ਪੱਥਰ ਦਾ ਨਾਮ ਆਪਾਂ ਪਿਛਲੇ ਦਿਨਾਂ ਤੋਂ ਸਾਂਝਾ ਕਰਦੇ ਆ ਰਹੇ ਹਾਂ ਵੀ ਸੰਗੇ ਅਸਵਦ ਹੈ। ਇਹਨੂੰ ਇਹ ਪਵਿੱਤਰ ਪੱਥਰ ਜਿਹੜਾ ਹੈ ਇਸਲਾਮ ਮੰਨਦਾ ਹੈ। ਹੁਣ ਉਹ ਸੰਗੇ ਅਸਵਦ ਨੂੰ ਵੇਖ ਕੇ, ਰੁਕਨੁਲ ਜਮਾਲ ਨੂੰ ਵੇਖ ਕੇ, 2 ਪੱਥਰ ਨੇ, ਇੱਕ ਕਾਲਾ ਹੈ ਤੇ ਇੱਕ ਚਿੱਟਾ ਹੈ। ਉਹਨਾਂ ਨੂੰ ਵੇਖ ਕੇ ਭਾਈ ਮਰਦਾਨਾ ਜੀ ਆ ਗਏ ਤੇ ਸਤਿਗੁਰੂ ਜੀ ਨੂੰ ਪੁੱਛਦੇ ਮਲਕ ਜੀ ਮੈਂ ਆਹ ਕੁਝ ਵੇਖ ਕੇ ਆਇਆ, ਮੈਨੂੰ ਇਹਦੇ ਬਾਰੇ ਦੱਸੋ। ਫਿਰ ਸਤਿਗੁਰੂ ਜੀ ਨੇ ਸਾਰੇ ਦਾ ਸਾਰਾ ਉੱਥੇ ਇਹ ਦੱਸਿਆ ਭਾਈ ਮਰਦਾਨੇ ਜੀ ਨੂੰ ਵੀ ਇਹ ਹਜ਼ਰਤ ਮੁਹੰਮਦ ਸਾਹਿਬ ਦਾ ਇਸ ਕਾਬੇ ਦੇ ਵਿੱਚ ਜਨਮ ਹੈ ਤੇ ਹਜ਼ਰਤ ਇਹਨਾਂ ਇਸਲਾਮ ਦਾ ਮੰਨਣਾ ਹੈ ਵੀ ਇਹ ਜਿਹੜਾ ਪੱਥਰ ਹੈ ਜਿਹੜਾ ਸੰਗੇ ਅਸਵਦ ਹੈ, ਇਹ ਜਿਹੜਾ ਪੱਥਰ ਹੈ ਵੀ ਇਹ ਆਸਮਾਨ ਦੇ ਵਿੱਚੋਂ, ਸਵਰਗ ਦੇ ਵਿੱਚੋਂ ਆਇਆ। ਇਹ ਇਸਲਾਮ ਧਰਮ ਦਾ ਮੰਨਣਾ ਹੈ। ਸਨਾਤਨ ਧਰਮ ਆਪਣੀ ਦਲੀਲ ਦਿੰਦਾ ਹੈ। ਸਨਾਤਨ ਧਰਮ ਕਹਿੰਦਾ ਜੀ ਇਹ ਪੱਥਰ ਤੇ ਸ਼ਿਵ ਜੀ ਦਾ ਹੈ। ਕਈ ਕਹਿੰਦੇ ਜੀ ਇੱਥੇ ਸ਼ਿਵ ਜੀ ਨੂੰ ਕੈਦ ਕੀਤਾ ਹੋਇਆ, ਐ ਕਰਕੇ ਗੱਲ ਹੈ
तो मैं जो वीडियो वेख रहा सा यूट्यूब ते सर्च कर रहा सा तो उन्होंने एक कमेंट दे विच बड़ी बहुती प्यारी गल की। कहते जे तुसीं मनदे हो भी शिव जी भगवान है, जे तुसीं मनदे हो भी शिव जी भगवान है, तो जे फिर किसी की इन्नी हिम्मत कित्थे भी एक इमारत दे विच अगला कैद करके रख लवे भगवान नूं। भी कोई दलील वाली गल नहीं भी कहन तो पावे है भी ये तो एक जिमें आपां नूं हुण इत्थे कई ते अमृतसर साहिब नूं भी कहिंदे जी ये तो स्वर्ण मंदिर है जी, ये तो इत्थे ते पहलां ब्रह्मा दा मंदिर सी, ऐ करके गल ही बनाउणी है अगलियां ने अपने नाल ही जोड़ना है किसी ना किसी तरीके नाल। देखो किसी दे धर्म नूं इस तरह करके कहना मैं इस गल दे नाल बिल्कुल भी सहमत नहीं। हरेक धर्म की आस्था अपने नाल है। हुण कहण वाले ते तुसीं यूट्यूब ते भरोगे वीडियो बना के पाउणी है, जिहड़ा कोई मर्जी को बनाई जावे पाई जावे। लिखत वालियां ने तो बड़ा कुछ लिखिया है, लिखण वालियां ने तो साडे पंजां ककारां ते भी बड़ा कुछ कहा जी, है फलाने कोलों आया जी, फलाने कोलों आया। कहण वालियां ने ते इत्थों तकर साडे जिहड़े गुरु गोबिंद सिंह साहिब दे साहिबजादे ने उन्हां नूं भी जिहड़ा आ ओह देवी देवतियां दे नाल जोड़ता जी। कहंदे जी साहिबजादा अजीत सिंह जी ब्रह्मा, ऐ करके मैं बेनती करां भी कहण वालियां ने इह कुछ कहा है। कहंदे जी जिहड़ा साहिबजादा अजीत सिंह है वह ब्रह्मा दा अवतार है। कहते जी साहिबजादा जिहड़ा जुझार सिंह है वह विष्णु का अवतार है। साहिबजादा बाबा जोरावर सिंह जी जिहड़े ने कहते वो शिव जी का अवतार ने। ते साहिबजादा जिहड़े सब तो छोटे ने साहिबजादा बाबा फतेह सिंह ने जिहड़े कहते जी वो इंद्र का अवतार ने। हुण अगलियां ने किवें खिच खुच के लिया के फिर उत्थे ही लाता। मेरी गल नूं समझिओ भी बड़ा कुछ चलता है। अगलियां ने वीडियो बना के पाउणीआं, लिखतां करनीआं, लिखी जांदे ने भी उत्थे किहड़ा जाके वेख्या भी तुसीं भी ओहदा अवतार आया जी जां ऐ गल कित्थे है। देखो मैं मेरी गल नूं समझिओ भी ऐ नहीं किसी दे धर्म नूं कह दिंदा भी ये साडे ने जां साडे ने। हर थां ते तुसीं अपने धर्म नूं संभालो, इन्ना ही बतेरा है, इन्ना ही बहुत है। तुसीं तुहानूं कहना ही ना पवे भी अगला। देखो गुरु नानक साहिब जी ने कित्थे कहा है भी इस्लाम साडा है जां हिंदू साडे ने। सतगुरु कहंदे सारे सांझे ने। तुहाडी कोल दलील इन्नी होवे अगला अपना धर्म छड्ड के तुहाडे कोल आ जाए। ताई तो कहा सी ना मारिया सिक्का जगत विच नानक निर्मल पंथ चलाया। दलील इहो जी होवे एवें तुसीं जबरदस्ती ओ घर मेरा है जी आ घर मेरा है, गल थोड़ी हैगी है। खैर हुण सुणिओ सतगुरु गुरु नानक साहिब जी इत्थे पहुंचे ते मालक ने सारी गल भाई मरदाना जी नूं समझाई भी भाई मरदाना जी भी ये जिहड़ा संगे असवद है ये आसमान दे विचों पत्थर आया है। ते ये पत्थर कई बारी जदों मतलब कि इत्थे काबे दे विच लिआउणा सी ना ते चोरी भी होया। ये जिहड़ा संगे असवद है ना काला पत्थर है जिहड़ा चोरी भी होया। चोरी होने तो बाद इहदे टुकड़े भी किए गए। मैं देख लिया सा टुकड़े भी होए ते ओहदे ना हुण होया की है भी वो जदों काबे दे विच जड़िया गया उहनूं उत्थे फिट किया गया ते उस जिहड़ा पत्थर है संगे असवद दे एक स्टील दे उत्ते प्लेट लाई गई है भी ताकि ये जुड़िया रहे। असवद तुसीं यूट्यूब ते इहदे बारे मक्के दे बारे जिहड़ी जानकारी प्राप्त कर सकते हो, बहुत कुछ हैगा। भाई मरदाना जी ने सारे के सारे गुरु नानक साहिब जी के कोलों इतिहास सरवण किया ते बड़ा खुश होया। आओ सतगुरु गुरु नानक साहिब जी का मक्के का काबे का अगला इतिहास किवें दा है सुरतियां ते बिरतियां एकाग्र करके सरवण करिए। विचारां दी आरंभता तो पहला सतगुरु गुरु गोबिंद सिंह साहिब जी के द्वारा बख्शिश की हुई फतेह गजवज के प्रवान करो। कोई भी रसनाबाजी ना रहे, सारे लवाओ हाजरी ते बुलाओ जी। वाहिगुरू जी का खालसा वाहिगुरू जी की फतेह। मरदाना बिगस्यो सुनत बैठ रहे तह ठोर, इस प्रकार बीतियो दिवस कहते जग सिर मोर। सतगुरु गुरु नानक साहिब जी हुण मसीत दे कोल बैठे है। सतगुरु जी इत्थे बैठे है काबे ते जदों सतगुरु जी काबे बैठे हैं ना ते सतगुरु गुरु नानक साहिब जी के सामने भाई मरदाना जी ने सारी दी सारी गल सुनी। इतिहास जिहड़ा है वो सरवण कीता सारे का सारा भी गुरु नानक साहिब जी ने जो दसिया भी ये काबे की इमारत किवें बनी जां जो कुछ भी हजरत मुहम्मद साहब बारे दसिया। भाई मरदाना जी बड़े खुश है। सतगुरु गुरु नानक साहिब जी तो ये सब कुछ जो सुन के
ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਵਾਲ ਜਿਹੜੇ ਨੇ ਭਾਈ ਮਰਦਾਨਾ ਜੀ ਬੈਠ ਕੇ ਸ਼ਰਵਣ ਕਰ ਰਹੇ ਨੇ, ਜਿਹੜੇ ਸਾਰੇ ਦੇ ਸਾਰੇ ਮਨ ਦੇ ਸ਼ੰਕੇ ਭਾਈ ਮਰਦਾਨਾ ਜੀ ਦੂਰ ਕਰ ਰਹੇ ਹਨ। ਰੈਣ ਪਈ ਪੁਨਿਆਨ ਜਬੈ ਤੈ ਥਾਨ ਬਿਖੇ ਗੁਰ ਕੀਨੋ ਹੈ ਡੇਰਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਰਾਤ ਹੋ ਗਈ ਨਾ, ਹੁਣ ਇਹ ਇਤਿਹਾਸ ਬੜਾ ਪਿਆਰਾ ਹੈ ਤੇ ਸੁਣਨ ਵਾਲਾ ਹੈ। ਕਹਿੰਦੇ ਵੀ ਜਦੋਂ ਰਾਤ ਹੋ ਗਈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਹੀ ਸਾਹਮਣੇ ਮੱਕੇ ਦੀ ਇਮਾਰਤ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਚੇਤੇ ਰੱਖਿਓ ਜੇ, ਜਿਹੜੀ ਮੱਕੇ ਦੀ ਇਮਾਰਤ ਦੀ ਜੂਹ ਹੈ ਨਾ, ਕਹਿਣ ਤੋਂ ਭਾਵ ਵੀ ਉਹ ਜਿਹੜੀ ਚਾਰ ਦੀਵਾਰੀ ਹੈ, ਚਾਰ ਦੀਵਾਰੀ ਅੰਦਰ ਨਹੀਂ ਬਾਹਰ, ਅੰਦਰ ਨੇ ਬਾਹਰ ਨਹੀਂ ਹੈਗੇ। ਆ ਚੇਤੇ ਰੱਖਿਆ ਜੇ, ਆਪਾਂ ਪਹਿਲਾਂ ਇਤਿਹਾਸ ਸਾਂਝਾ ਕਰਕੇ ਆਏ ਆ ਵੀ ਇੱਕ ਵੱਡੀ ਸਾਰੀ ਕੰਧ ਹੈ ਜਿਹੜੀ ਚਾਰ ਦੀਵਾਰੀ ਹੈ, ਜਿਹੜੀ ਮੱਕੇ ਦੀ ਹੈ, ਕਾਬੇ ਦੀ ਚਾਰ ਦੀਵਾਰੀ ਹੈ ਉਸ ਮਸਜਿਦ ਦੀ, ਤੇ ਉਹਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅੰਦਰ ਜਾ ਕੇ ਬੈਠੇ ਆ ਤੇ ਉੱਥੇ ਸਤਿਗੁਰੂ ਜੀ ਨੇ ਡੇਰਾ ਲਾਇਆ। ਤੇ ਉੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ ਵੀ ਰਾਤ ਨੂੰ ਮਾਲਕ ਜੀ ਜਿਹੜੇ ਉਹ ਆਰਾਮ ਕਰਨ ਵਾਸਤੇ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਾਤ ਕੱਟਣ ਵਾਸਤੇ ਮਾਲਕ ਜੀ ਲੰਮੇ ਪਏ ਹਨ। ਦੰਬ ਦਹੇ ਜਹ ਸੋਏ ਰਹੇ ਤੈ ਤੋਲ ਦਿਸਾ ਕੀਏ ਪਾਵਨ ਪੈਰਾ। ਕਹਿੰਦੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ ਵੀ ਰਾਤ ਨੂੰ ਜਦੋਂ ਸੌਂਗੇ ਨਾ, ਆਰਾਮ ਕਰਨ ਲੱਗੇ, ਤੇ ਜਿਹੜੇ ਪਾਸੇ ਇਹ ਪਵਿੱਤਰ ਇਮਾਰਤ ਕਾਬਾ ਹੈ, ਕਾਬਾ, ਉਸ ਪਾਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚਰਨ ਕਰ ਲਏ। ਉਸ ਪਾਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਰਾਮ ਕਰ ਰਹੇ ਨੇ ਤੇ ਜਿਹੜੇ ਪਾਸੇ ਕਾਬੇ ਦੀ ਪਵਿੱਤਰ ਇਮਾਰਤ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚਰਨ, ਆਪਣੇ ਪੈਰ ਉਸ ਪਾਸੇ ਕਰਕੇ ਸਤਿਗੁਰੂ ਜੀ ਲੇਟ ਗਏ ਹਨ। ਜਾਮਨੀ ਜਾਮ ਰਹੀ ਜਬ ਹੀ ਇੱਕ ਜੀਵਨ ਨਾ ਮੁਲਾਤਿਨ ਹੈਰਾ। ਕਹਿੰਦੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਪਾਸੇ ਜਦੋਂ ਚਰਨ ਕਰ ਲਏ ਨਾ ਆਪਣੇ ਗੁਰੂ ਨਾਨਕ ਸਾਹਿਬ ਜੀ ਨੇ, ਤੇ ਕਹਿੰਦੇ ਵੀ ਜਦੋਂ ਇੱਕ ਪਹਿਰ ਰਾਤ ਰਹਿ ਗਈ, ਇੱਕ ਪਹਿਰ ਰਾਤ ਰਹਿ ਗਈ, ਸਵੇਰ ਦਾ ਵੇਲਾ ਕਹਿਣ ਤੋਂ ਭਾਵੀ ਹੋ ਗਿਆ, ਤੇ ਇੱਥੇ ਦਾ ਇੱਕ ਕਾਜੀ ਹੈ ਜਿਹੜਾ ਸੇਵਾ ਕਰਦਾ, ਝਾੜੂ ਲਾਉਣ ਵਾਸਤੇ ਆਇਆ, ਜਿਹਦਾ ਇਤਿਹਾਸ ਦੇ ਵਿੱਚ ਨਾਮ ਆਇਆ ਹੈ। ਕਹਿੰਦੇ ਨੇ ਵੀ ਉਹ ਹੈਗਾ ਬਈ ਜੀਵਨ। ਕਹਿੰਦੇ ਵੀ ਸਾਰੇ ਦੇ ਸਾਰੇ ਸੁੱਤੇ ਐ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੀ ਕਾਬੇ ਦੀ ਇਮਾਰਤ ਦੇ ਵੱਲ ਆਪਣੇ ਚਰਨ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੀ ਜਿਹੜੇ ਆਰਾਮ ਕਰ ਰਹੇ ਨੇ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਕਵੀ ਜੀ ਨੇ ਆਖਿਆ ਵੀ ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿਹੜਾ ਉਹ ਦੱਬ ਨੂੰ ਤੇ ਪਖੰਡ ਨੂੰ ਖਤਮ ਕਰਨ ਵਾਸਤੇ ਆਏ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੀਆਂ ਜਿਹੜੀਆਂ ਸੋਚਾਂ ਨੇ, ਇਹਨਾਂ ਦੀ ਮੱਤ ਹੈ ਜਿਹੜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਦੇ ਪ੍ਰਤੀ ਸੋਚ ਹੈ ਜਿਹੜੀ, ਉਹ ਬਦਲਣ ਵਾਸਤੇ ਆਏ ਹਨ। ਫੇਰਨ ਕੋ ਬਡਨੀ ਤੈ ਆਵਤ ਕ੍ਰੋਧ ਕਰਾਬੋ ਬੈਠ ਕਟੋਰਾ। ਕਹਿੰਦੇ ਵੀ ਜੀਵਨ ਕਾਜੀ ਜਦੋਂ ਆਇਆ ਨਾ, ਜਦੋਂ ਜੀਵਨ ਕਾਜੀ ਇੱਥੇ ਆਇਆ ਤੇ ਕਹਿੰਦੇ ਵੀ ਉਹਨੇ ਆਣ ਕੇ ਝਾੜੂ ਲਾਉਂਦਾ ਸੀ, ਤੇ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਵੇਖਿਆ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਿਹਦੇ ਜਿਹੜੇ ਚਰਨ ਨੇ, ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਚਰਨ ਨੇ, ਹੁਣ ਉਹ ਕਿਹੜੇ ਪਾਸੇ ਆ? ਮੱਕੇ ਵਾਲੇ ਪਾਸੇ ਆ, ਜਿਹੜੇ ਪਾਸੇ ਇਹਨਾਂ ਦੀ ਪਵਿੱਤਰ ਕਾਬੇ ਵਾਲੇ ਪਾਸੇ ਆ, ਜਿਹੜੇ ਪਾਸੇ ਇਹਨਾਂ ਦੀ ਪਵਿੱਤਰ ਇਮਾਰਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਆਪਣੀਆਂ ਲਿਖਤਾਂ ਦੇ ਵਿੱਚ ਇਹ ਜ਼ਿਕਰ ਕੀਤਾ ਹੈ, ਮੈਂ ਇਹ ਵੀ ਸਾਂਝਾ ਕਰ ਦਿਆਂ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਭਾਈ ਗੁਰਦਾਸ ਜੀ ਲਿਖਦੇ ਆ, ਸੁਣਿਓ। ਕਹਿੰਦੇ ਫਿਰ ਬਾਬਾ ਮੱਕੇ ਗਿਆ, ਮੱਕੇ ਦੀ ਯਾਤਰਾ ਤੇ, ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਰੇ ਧਰੇ ਬਨਵਾਰੀ, ਆਸਾ ਹੱਥ ਕਿਤਾਬ ਕੱਚ, ਜਿਹੜੀ ਆਪਾਂ ਪਿਛਲੇ ਦਿਨਾਂ ਤੋਂ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਆਸਾ ਹੱਥ ਕਿਤਾਬ ਕੱਚ, ਕੂਜਾ ਬਾਂਗ ਮੁਸੱਲਾ ਧਾਰੀ, ਮੁਸੱਲਾ, ਤੇ ਉਹ ਸਾਰੇ ਦਾ ਸਾਰਾ ਜੋ ਉਹਨਾਂ ਦਾ ਸੀਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪਹਿਰਾਵਾ ਧਾਰਨ ਕੀਤਾ ਹੈ। ਕਹਿੰਦੇ ਬੈਠਾ ਜਾਏ ਮਸੀਤ ਵਿੱਚ, ਮਸੀਤ ਉਹੀ ਜਿਹੜੀ ਇਹਨਾਂ ਦੀ ਕਾਬੇ ਦੀ ਹੈ ਪਵਿੱਤਰ ਇਮਾਰਤ, ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ, ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮੁਰੱਬੇ ਪਾਏ ਪਸਾਰੀ। ਮੁਰੱਬਾ ਇਹਨਾਂ ਦਾ ਜਿਹੜਾ ਮਕਬਰਾ ਆ ਕਾਬੇ ਦਾ, ਇਹਨੂੰ ਮਕਬਰਾ ਕਹਿੰਦੇ ਨੇ, ਉਹ ਪਵਿੱਤਰ ਮਕਬਰਾ ਨਾ ਜਿਹੜਾ, ਉਹਦੇ ਵੱਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚਰਨ ਕਰ ਲਏ। ਫਿਰ ਸੁਣਿਓ ਇਹ ਪੰਕਤੀ, ਜਦ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ, ਜੀਵਨ ਮਾਰੀ ਲੱਤ ਤਿਸ, ਜੀਵਨ ਕਾਜੀ ਨੇ, ਜੀਵਨ ਮਾਰੀ ਲੱਤ ਤਿਸ, ਕਿਹੜਾ ਸੁੱਤਾ ਕੁਫਰ ਕੁਫਾਰੀ,
ਜੀਵਨ ਕਾਜੀ ਉਹ ਇਹ ਕਹਿੰਦਾ ਵੀ ਕਿਹੜਾ ਇੱਥੇ ਕਾਫਰ ਆਣ ਕੇ ਪਿਆ ਹੋਇਆ, ਉਹਨੇ ਲੱਤ ਮਾਰੀ ਖਿੱਚ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ। ਪਹਿਲਾ ਪੁਆਇੰਟ ਇਹ ਨੋਟ ਕਰਨ ਵਾਲਾ ਹੈ, ਧਿਆਨ ਰੱਖਿਆ ਜੀ। ਬਹੁਤ ਸਾਰੇ ਲੋਕ, ਬਹੁਤ ਸਾਰੇ ਸਾਡੀਆਂ ਵੀ ਭਾਵਨਾਵਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਨਾਲ, ਸਾਡੀਆਂ ਨਹੀਂ ਜਿਹੜੀਆਂ ਭਾਵਨਾਵਾਂ, ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਆ ਵੀ ਗੁਰੂ ਨਾਨਕ ਸਾਹਿਬ ਰੱਬ ਹੈ, ਅਕਾਲ ਪੁਰਖ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਜੀਵਨ ਕਾਜੀ ਨੇ ਲੱਤ ਮਾਰੀ, ਉਹਦੀ ਤੇ ਲੱਤ ਟੁੱਟ ਜਾਣੀ ਚਾਹੀਦੀ ਸੀ ਉੱਥੇ। ਕੋਈ ਰੱਬ ਨੂੰ ਲੱਤ ਮਾਰ ਸਕਦਾ ਹੈ? ਮੈਂ ਇਹ ਆਰੰਭ ਦੇ ਵਿੱਚ ਤਾਂ ਬੇਨਤੀਆਂ ਕਰ ਰਿਹਾ, ਅੱਗੇ ਜਾ ਕੇ ਸਮਝਣ ਵਾਲੀ ਗੱਲ ਹੈ। ਤੁਸੀਂ ਦੱਸੋ ਵੀ ਕੋਈ, ਜੇ ਆਪਾਂ ਇੱਕ ਪਾਸੇ ਕਹਿੰਦੇ ਆ ਵੀ ਗੁਰੂ ਨਾਨਕ ਸਾਹਿਬ ਤੇ ਆਪ ਅਕਾਲ ਪੁਰਖ ਨੇ, ਰੱਬ ਨੇ, ਤੇ ਰੱਬ ਨੂੰ ਕੋਈ ਲੱਤ ਮਾਰ ਸਕਦਾ ਹੈ? ਇਹਦੇ ਚ ਤੁਹੀਨ ਨਹੀਂ। ਅਗਲਾ ਸਾਨੂੰ ਕਵੇ ਯਾਰ ਗੁਰੂ ਨਾਨਕ ਸਾਹਿਬ ਜੀ ਨੂੰ ਨੇ ਲੱਤ ਮਾਰਤੀ ਤੇ ਗੁਰੂ ਨਾਨਕ ਸਾਹਿਬ ਨੇ ਕੀਤਾ ਹੀ ਕੱਖ ਨਹੀਂ। ਜੇ ਇਸ ਗੱਲ ਨੂੰ ਸਮਝੋ, ਜੇ ਇਹਨਾਂ ਸਨਾਤਨ ਧਰਮ ਦੇ ਵਿੱਚ ਆਪਣੇ ਅਵਤਾਰਾਂ ਨੂੰ ਇਹ ਮਹਾਨ ਦੱਸਦੇ ਹੈ, ਜੇ ਇਸਲਾਮ ਦੇ ਵਿੱਚ ਆਪਣੇ ਰਹਿਬਰਾਂ ਨੂੰ, ਆਪਣੇ ਪੈਗੰਬਰਾਂ ਨੂੰ ਮਹਾਨ ਦੱਸਦੇ ਨੇ, ਤੇ ਅਸੀਂ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਸਾਡੇ ਵਾਸਤੇ ਵੱਡੇ ਨਹੀਂ? ਇਸ ਗੱਲ ਨੂੰ ਸਮਝਿਓ ਵੀ ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਪੇਸ਼ ਕੀਤਾ ਜਾ ਰਿਹਾ। ਕਹਿੰਦੇ ਵੀ ਜੀਵਨ ਕਾਜੀ ਆਇਆ ਤੇ ਜੀਵਨ ਕਾਜੀ ਨੇ ਆਣ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮਾਰੀ ਲੱਤ, ਠੁੱਡਾ ਮਾਰਿਆ। ਹੁਣ ਇੱਕ ਇੱਥੇ ਠੀਕ ਹੈ, ਚਲੋ ਗੁਰੂ ਨਾਨਕ ਸਾਹਿਬ ਜੀ ਨੂੰ ਲੱਤ ਮਾਰੀ, ਵੈਸੇ ਮੈਂ ਇਸ ਨਾਲ ਸਹਿਮਤ ਨਹੀਂ, ਸਿੱਧੀ ਜੀ ਗੱਲ ਹੈ। ਮੈਂ ਕਹਿੰਦਾ ਵੀ ਕਿਸੇ ਦੀ ਇੰਨੀ ਹਿੰਮਤ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਆਣ ਕੇ ਠੁੱਡਾ ਮਾਰੇ। ਚਲੋ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਸਬਰ ਵੇਖੋ ਕਿੰਨਾ ਹੈ। ਸਾਨੂੰ ਕੀ ਆਣ ਕੇ ਉੱਚੀ ਬੋਲ ਆਵਾਜ਼ ਦੇ ਵਿੱਚ ਗੱਲ ਵੀ ਕਰ ਜਾਂਦਾ ਨਾ, ਅਸੀਂ ਗੱਲ ਪੈ ਜਾਂਦੇ ਆਉਂਦੇ ਵੀ ਆਵਾਜ਼ ਨੀਵੀਂ ਰੱਖ ਭਾਈ, ਆਵਾਜ਼ ਨੀਵੀਂ ਰੱਖ, ਮੇਰੇ ਨਾਲ ਉੱਚੀ ਆਵਾਜ਼ 'ਚ ਗੱਲ ਨਾ ਕਰ, ਐ ਕਹਿੰਦੇ ਆ ਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆ ਸੁਣਿਓ, ਜੀਵਨ ਮਾਰੀ ਲੱਤ ਤਿਸ, ਆਣ ਕੇ ਠੁੱਡਾ ਮਾਰਿਆ, ਲੱਤ ਮਾਰੀ। ਤੇ ਭਾਈ ਸਾਹਿਬ ਜੀ ਲਿਖਦੇ ਨੇ, ਉਹ ਅੱਗੋਂ ਬੋਲਦਾ ਕਿਹੜਾ ਸੁੱਤਾ ਕੁਫਰ ਖੁਫਾਰੀ, ਕਹਿੰਦੇ ਕਿਹੜਾ ਕੁਫਰ ਤੋਲ ਰਿਹਾ, ਕਿਹੜਾ ਕਾਫਰ ਆਣ ਕੇ ਇੱਥੇ ਪਿਆ ਹੋਇਆ ਹੈ। ਅੱਗੇ ਸੁਣਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਸਿਦਕ ਕਿੰਨਾ, ਸਿਦਕ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਵਿੱਚ ਨਿਮਰਤਾ ਕਿੰਨੀ ਹੈ। ਮੰਨ ਲਓ ਉਹਨੇ ਲੱਤ ਆਣ ਕੇ ਮਾਰਤੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅੱਗੋਂ ਇਹ ਨਹੀਂ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਉੱਠ ਕੇ ਉਹਨੇ ਇੱਕ ਮਾਰੀ ਤੇ ਸਤਿਗੁਰੂ ਨੇ 5-7 ਉਹਦੇ ਜੜਤੀਆਂ, ਐ ਨਹੀਂ। ਸਤਿਗੁਰੂ ਜੀ ਕਹਿੰਦੇ ਵੀ ਕਾਜੀ ਜੀ ਕੀ ਹੋਇਆ। ਮੈਂ ਪਹਿਲਾਂ ਸੰਖੇਪ ਚ ਸਾਖੀ ਤਾਰਾ ਕਰਨੇ ਆ, ਸੁਣਾ ਰਿਹਾ ਤਾਂ ਕਿ ਪਤਾ ਲੱਗ ਜੇ। ਸਤਿਗੁਰੂ ਜੀ ਕਹਿੰਦੇ ਵੀ ਕੀ ਹੋਇਆ। ਕਾਜੀ ਜੀਵਨ ਕਹਿੰਦਾ ਵੀ ਤੁਹਾਨੂੰ ਪਤਾ ਨਹੀਂ ਵੀ ਤੁਸੀਂ ਕਾਫਰ ਜੇ, ਤੁਸੀਂ ਪਵਿੱਤਰ ਮਕਬਰੇ ਦੇ ਵੱਲ, ਪਵਿੱਤਰ ਕਾਬੇ ਦੀ ਇਮਾਰਤ ਦੇ ਵੱਲ, ਅੱਲਾਹ ਦੇ ਘਰ ਦੇ ਵੱਲ, ਰੱਬ ਦੇ ਘਰ ਦੇ ਵੱਲ ਤੁਸੀਂ ਆਪਣੇ ਪੈਰ ਕਰਕੇ, ਚਰਨ ਕਰਕੇ ਪਏ ਜੇ। ਉਹਨੇ ਚਰਨ ਤੇ ਸ਼ਬਦ ਨਹੀਂ ਵਰਤੇ, ਉਹਨੇ ਪੈਰ ਹੀ ਕਹੇ, ਇੱਥੇ ਵੀ ਪੈਰ ਸ਼ਬਦ ਵਰਤਿਆ। ਵੀ ਤੁਹਾਨੂੰ ਪਤਾ ਨਹੀਂ ਵੀ ਇਸ ਵੇਲੇ ਇਹ ਅੱਲਾਹ ਦਾ ਘਰ ਹੈ, ਰੱਬ ਦਾ ਘਰ ਹੈ, ਇਸ ਪਾਸੇ ਪੈਰ ਨਹੀਂ ਕਰੀ ਹੁੰਦੇ, ਤੁਸੀਂ ਤੇ ਕਾਫਰ ਜੇ, ਤੁਹਾਨੂੰ ਕਿਸੇ ਨੇ ਦੱਸਿਆ ਨਹੀਂ। ਉਹਨੇ ਇਹ ਗੱਲ ਆਣ ਕੇ ਕਹੀ। ਸਤਿਗੁਰੂ ਦੀ ਨਿਮਰਤਾ ਵੇਖੋ ਕਿੰਨੀ। ਮਾਲਕ ਜੀ ਕਹਿੰਦੇ ਭਾਈ ਬਈ ਮੈਨੂੰ ਨਹੀਂ ਪਤਾ। ਅੱਗੇ ਸੁਣਨ ਵਾਲਾ ਇਤਿਹਾਸ ਹੈ। ਸਤਿਗੁਰੂ ਜੀ ਕਹਿੰਦੇ ਵੀ ਮੈਨੂੰ ਨਹੀਂ ਪਤਾ। ਮਾਲਕ ਜੀ ਕਹਿੰਦੇ ਵੀ ਸਫ਼ਰ ਤੈਅ ਕਰਕੇ ਆਏ ਆ। ਹੁਣ ਜਿਹੜੇ ਗੱਲ ਇਹ ਕਹਿੰਦੇ ਨੇ ਨਾ, ਜਿਹੜੇ ਕਹਿੰਦੇ ਨੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਥੋਂ ਮੀਚੀਆਂ ਅੱਖਾਂ ਤੇ ਉੱਥੇ ਜਾ ਕੇ ਪ੍ਰਗਟ ਹੋ ਗਏ, ਪਰ ਇੱਥੇ ਸਤਿਗੁਰੂ ਜੀ ਆਪ ਇਤਿਹਾਸ ਦੇ ਵਿੱਚ ਵੀ ਕਹਿੰਦੇ ਭਾਈ ਸਫ਼ਰ ਤੈਅ ਕਰਕੇ ਆਏ ਆ, ਅਸੀਂ ਥੱਕੇ ਹੋਏ ਆ, ਅਸੀਂ ਤੁਰ ਕੇ ਆਏ ਆ, ਸਾਡੀਆਂ ਲੱਤਾਂ ਪੀੜ ਹੁੰਦੀਆਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਡੀਆਂ ਲੱਤਾਂ ਪੀੜ ਹੁੰਦੀਆਂ। ਹੁਣ ਇਹ ਥੋੜਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਝੂਠ ਬੋਲਿਆ ਹੋਣਾ ਵੀ ਸਾਡੀਆਂ ਲੱਤਾਂ ਪੀੜ ਹੁੰਦੀਆਂ। ਕਿਹਾ ਗੁਰੂ ਨਾਨਕ ਸਾਹਿਬ ਮੇਰੀਆਂ ਲੱਤਾਂ ਭਾਈ ਪੀੜ ਹੁੰਦੀਆਂ। ਤੇ ਇਸ ਕਰਕੇ ਭਾਈ ਨੀਂਦ ਗੂੜੀ ਆ ਗਈ ਤੇ ਸਾਨੂੰ ਪਤਾ ਕੋਈ ਨਹੀਂ ਲੱਗਿਆ। ਸਿੱਧੀ ਜੀ ਗੱਲ ਹੈ ਵੀ ਮੈਂ ਮੰਨਦਾ ਮੈਨੂੰ ਨਹੀਂ ਪਤਾ ਲੱਗਿਆ। ਵੀ ਇਉਂ ਕਰ ਵੀ ਜਿਹੜੇ ਪਾਸੇ ਤੈਨੂੰ ਲੱਗਦਾ ਹੈ ਨਾ, ਜਿਹੜੇ ਪਾਸੇ ਤੈਨੂੰ ਲੱਗਦਾ ਹੈ ਵੀ ਰੱਬ ਦਾ ਘਰ ਨਹੀਂ ਹੈਗਾ, ਜਿਹੜੇ ਪਾਸੇ ਤੈਨੂੰ ਲੱਗਦਾ ਹੈ ਵੀ ਮੱਕਾ ਨਹੀਂ ਹੈਗਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਇਉਂ ਕਰ ਵੀ ਸਾਡੇ ਤੋਂ ਪੈਰ ਨਹੀਂ ਚੁੱਕੇ ਜਾਂਦੇ, ਸਾਡੇ ਤੋਂ ਨਹੀਂ ਲੱਤਾਂ ਹਿੱਲਦੀਆਂ। ਇਉਂ ਕਰ ਜੇ ਤੂੰ ਠੁੱਡਾ ਮਾਰਿਆ ਤੇ ਇੱਕ ਕੰਮ ਕਰ ਵੀ ਸਾਡੀ ਲੱਤ ਫੜ ਕੇ ਨਾ, ਸਾਡੇ ਪੈਰ ਫੜ ਕੇ ਉਸ ਪਾਸੇ ਕਰ ਦੇ। ਸੁਣਨ ਵਾਲੀ ਗੱਲ ਹੈ। ਕਹਿੰਦਾ ਬੜੇ ਗੁੱਸੇ ਦੇ ਵਿੱਚ ਆਇਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਟੰਗੋਂ ਫੜ ਘਸੀਟਿਆ। ਹੁਣ ਇੱਥੇ ਜਿਹੜਾ ਇਹ ਨਾ ਬੜੀ ਵੱਡੀ ਗੱਲ ਹੈ।
ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਜੀ ਨੇ ਚਰਨਾਂ ਨੂੰ ਹੱਥ ਲਾ ਲਿਆ, ਚਰਨਾਂ ਨੂੰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਫੜ ਲਏ ਉਹਨੇ, ਐ ਕਰਕੇ ਜਦੋਂ ਫੜੀ ਹੋਣੀ ਲੱਤ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਫੜੇ ਹੋਣੇ ਆ, ਤੇ ਕੈਸਾ ਉਹਦੇ ਜੀਵਨ ਦੇ ਵਿੱਚ ਬਦਲਾਵ। ਸਤਿਗੁਰੂ ਜੀ ਨੇ ਤੇ ਇੱਕ ਨਜ਼ਰ ਹੀ ਕਰ ਦੇਣ ਜਿਹਦੇ ਉੱਤੇ, ਜਿਹਦੇ ਤੇ ਬਖਸ਼ਿਸ਼ ਹੀ ਕਰਦੇ ਨੇ, ਜਿਹਨੂੰ ਵੇਖ ਹੀ ਲੈਣ ਤੇ ਉਹਦਾ ਜੀਵਨ ਬਦਲ ਦਿੰਦੇ ਆ ਮਾਲਕ। ਅੱਛਾ, ਇੱਥੇ ਨਾ ਦੋ ਵਿਚਾਰਾਂ। ਪਹਿਲੀ ਵਿਚਾਰ ਤੇ ਇਹ ਹੈ ਵੀ ਆਪਾਂ ਇਤਿਹਾਸ ਦੇ ਵਿੱਚ ਅੱਜ ਤੱਕ ਸੁਣਿਆ ਜਿਹੜਾ ਕੁਝ, ਉਹ ਇਹ ਹੈ, ਅੱਜ ਤੱਕ ਜੋ ਸੁਣਿਆ ਉਹ ਇਹ ਹੈ ਵੀ ਕਹਿੰਦੇ ਵੀ ਜਦੋਂ ਜੀਵਨ ਕਾਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਲੱਤ ਤੋਂ ਫੜ ਕੇ ਘਸੀਟਿਆ ਨਾ, ਜਿਹੜੇ ਪਾਸੇ ਕਹਿੰਦੇ ਵੀ ਘਸੀਟਦਾ ਜਾਂ ਲੈ ਕੇ ਜਾਂਦਾ, ਮੋੜਦਾ ਹੈ, ਕਹਿੰਦੇ ਵੀ ਉਹ ਕਾਬੇ ਦੀ ਇਮਾਰਤ, ਇੱਥੇ ਸ਼ਬਦ ਕਾਬਾ ਨਹੀਂ ਵਰਤਿਆ ਗਿਆ ਕਿਤੇ ਵੀ, ਇੱਥੇ ਮੱਕਾ ਸ਼ਬਦ ਵਰਤਿਆ ਗਿਆ। ਤੇ ਚੇਤੇ ਰੱਖਿਆ ਜੇ ਮੱਕਾ ਸ਼ਹਿਰ ਹੈ, ਇਹ ਚੀਜ਼ ਹੈ, ਧਿਆਨ ਰੱਖਿਆ ਜੇ, ਮੱਕਾ ਵੱਡਾ ਸ਼ਹਿਰ ਹੈ ਤੇ ਮੱਕੇ ਦੇ ਵਿੱਚ ਇਮਾਰਤ ਹੈ ਜਿਹਦਾ ਨਾਮ ਆ ਕਾਬਾ। ਜਿਵੇਂ ਉਦਾਹਰਣ ਸੁਣਿਓ, ਅੰਮ੍ਰਿਤਸਰ ਸਾਹਿਬ ਹੈ, ਹੁਣ ਅੰਮ੍ਰਿਤਸਰ ਤੇ ਸ਼ਹਿਰ ਹੈ, ਪਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਹੈ, ਇਹ ਹੈ ਪਵਿੱਤਰ ਸਥਾਨ, ਇਹ ਹੈ ਸਾਡਾ ਕੇਂਦਰੀ ਸਥਾਨ, ਇਹ ਗੁਰਦੁਆਰਾ ਹੈ। ਹੁਣ ਸਾਰੇ ਅੰਮ੍ਰਿਤਸਰ ਨੂੰ ਥੋੜਾ ਕਹਾਂਗੇ, ਇਸ ਗੱਲ ਨੂੰ ਸਮਝਿਓ। ਆਪਾਂ ਕਹਿੰਦੇ ਆ ਦਿੱਲੀ, ਤੇ ਦਿੱਲੀ ਦੇ ਵਿੱਚ ਇੱਕ ਸਥਾਨ ਹੈ ਚਾਂਦਨੀ ਚੌਂਕ, ਦਿੱਲੀ ਦੇ ਵਿੱਚ ਬੰਗਲਾ ਸਾਹਿਬ, ਇਹ ਇੱਕ ਸਥਾਨ ਹੈ, ਇੱਥੇ ਸ਼ਬਦ ਵਰਤੇ ਨੇ। ਆਪਾਂ ਕਹਿੰਦੇ ਜੀ ਮੱਕਾ ਘੁਮਾਇਆ, ਜੀ ਮੱਕਾ ਘੁਮਾਇਆ, ਚੇਤੇ ਰੱਖਿਆ ਜੇ ਮੱਕਾ ਬੜਾ ਵੱਡਾ ਸ਼ਹਿਰ ਹੈ। ਸੋਚੋ, ਹੁਣ ਕਦੀ ਦਿਮਾਗ ਤੋਂ ਵੀ ਕੰਮ ਲਿਆ ਕਰੋ ਨਾ ਮਾੜਾ ਮੋਟਾ, ਵੀ ਮੰਨ ਲਓ ਜੇ ਮੱਕਾ ਹੀ ਘੁੰਮਿਆ ਤੇ ਬਾਬਾ ਨਾਨਕ ਕਿੱਥੇ ਬੈਠਾ ਭਲਾ? ਸੋਚੋ, ਸਤਿਗੁਰੂ ਤੇ ਮੱਕੇ ਦੇ ਵਿੱਚ ਨੇ, ਕਿਉਂਕਿ ਮੱਕੇ ਤੋਂ ਬਾਹਰ ਥੋੜਾ ਨਹੀਂ ਸਤਿਗੁਰੂ ਤੇ, ਕਿਉਂਕਿ ਮੱਕੇ ਦੀ ਗੱਲ ਛੱਡੋ, ਸਤਿਗੁਰੂ ਤੇ ਕਾਬੇ 'ਚ ਬੈਠੇ ਨੇ। ਕਾਬਾ ਜਿਹੜਾ ਮਕਬਰਾ ਹੈ ਇਹਨਾਂ ਦਾ ਪਵਿੱਤਰ, ਮਕਬਰਾ ਜਿਹੜਾ ਇਹਨਾਂ ਦਾ ਪਵਿੱਤਰ ਜਿਹੜੀ ਇਮਾਰਤ ਹੈ, ਜਿਹੜਾ ਜਿੱਥੇ ਹੱਜ ਕਰਨ ਹਾਜੀ ਜਾਂਦੇ ਨੇ, ਕਾਬਾ ਸ਼ਹਿਰ ਦੇ ਵਿੱਚ ਨਹੀਂ, ਕਾਬੇ ਦੇ ਵਿੱਚ ਬੈਠੇ ਨੇ। ਆਪਾਂ ਇਹ ਸੁਣਦੇ ਆਉਣੇ ਆ ਵੀ ਸਤਿਗੁਰੂ ਜੀ ਨੇ ਮੱਕਾ ਫੇਰਤਾ, ਜੇ ਤੇ ਮੱਕਾ ਮੰਨ ਲਓ ਵੀ ਮੱਕਾ ਫੇਰਿਆ ਹੋਇਆ ਤੇ ਗੁਰੂ ਨਾਨਕ ਸਾਹਿਬ ਤੇ ਉਹਦੇ ਵਿੱਚ ਹੀ ਨੇ, ਤੇ ਜੇ ਮੰਨ ਲਓ ਸਾਰਾ ਸ਼ਹਿਰ ਹੀ ਘੁੰਮਿਆ, ਸੁਣਿਓ, ਸਾਰਾ ਸ਼ਹਿਰ ਹੀ ਘੁੰਮਿਆ, ਤੇ ਜੇ ਸਾਰਾ ਸ਼ਹਿਰ ਘੁੰਮ ਹੀ ਰਿਹਾ, ਸਾਰਾ ਸ਼ਹਿਰ ਹੀ ਘੁੰਮ ਰਿਹਾ, ਮੰਨ ਲਓ ਲੁਧਿਆਣਾ ਘੁੰਮ ਰਿਹਾ, ਲੁਧਿਆਣਾ ਘੁੰਮ ਰਿਹਾ, ਤੇ ਗੁਰਦੁਆਰੇ ਦਾ ਮੂੰਹ ਤੇ ਐਵੇਂ ਹੀ ਰਹਿਣਾ, ਇਹਦਾ ਮੂੰਹ ਕਿੱਥੇ ਬਦਲੇਗਾ? ਕਿਉਂਕਿ ਸਾਰਾ ਲੁਧਿਆਣਾ ਹੀ ਘੁੰਮ ਰਿਹਾ। ਹੁਣ ਧਰਤੀ ਵੀ ਤੇ ਘੁੰਮਦੀ ਹੈ ਨਾ, ਸਾਰੀ ਧਰਤੀ ਘੁੰਮਦੀ ਹੈ, ਕਿਸੇ ਦਾ ਮੂੰਹ ਬਦਲਦਾ ਕਿਧਰੇ? ਕਿਉਂਕਿ ਸਾਰੀ ਧਰਤੀ ਘੁੰਮ ਰਹੀ ਹੈ। ਜੇ ਮੱਕਾ ਸ਼ਹਿਰ ਘੁੰਮਿਆ ਤੇ ਮੱਕਾ ਸ਼ਹਿਰ ਦੇ ਵਿੱਚ ਤੇ ਉਹ ਗੁਰੂ ਸਾਹਿਬ ਤੇ ਉਹਦੇ ਬੱਟੇ ਦੇ ਵਿੱਚ ਇਮਾਰਤ ਹੈ ਉਹ ਜਿਹੜੀ ਬਣੀ ਹੈ, ਤੇ ਫਿਰ ਤੇ ਸਾਰਾ ਫਿਰ ਤੇ ਬਦਲਿਆ ਹੀ ਨਹੀਂ। ਅੱਛਾ, ਅਗਲੀ ਗੱਲ, ਜੇ ਘੁੰਮੀ ਹੈ ਕੱਲੀ ਕਾਬੇ ਦੀ ਇਮਾਰਤ, ਜੇ ਆਪਾਂ ਮੱਕੇ ਨੂੰ ਛੱਡ ਦਈਏ, ਕਾਬੇ ਦੀ ਇਮਾਰਤ ਵੀ ਆਪਾਂ ਕਹਿੰਦੇ ਵੀ ਕਾਬਾ ਘੁੰਮ ਗਿਆ, ਤੇ ਫਿਰ ਤੁਸੀਂ ਸਿਆਣੇ ਬੈਠੇ ਜੇ ਤੇ ਸਤਿਗੁਰੂ ਤੇ ਕਾਬੇ ਦੇ ਵਿੱਚ ਬੈਠੇ ਨੇ, ਸਤਿਗੁਰੂ ਕਾਬੇ ਦੇ ਵਿੱਚ ਨੇ। ਅੱਛਾ, ਚਲੋ ਇਹ ਵੀ ਮੰਨ ਲੈਂਦੇ ਆ ਵੀ ਚਲੋ ਇਹ ਵੀ ਸਤਿਗੁਰੂ ਜੀ ਨੇ ਉਹ ਕੱਲੀ ਜਿਹੜੀ ਇਹਨਾਂ ਦੀ ਉਹ ਇਮਾਰਤ ਹੈ ਉਹ ਘੁਮਾਈ, ਉਹ ਘੁਮਾਤੀ, ਤੇ ਫੇਰ ਤੇ ਭਾਈ ਉੱਥੇ ਤੇ ਉਹ ਸਾਰੀ ਦੀ ਸਾਰੀ ਥਾਂ ਪੱਟੀ ਗਈ ਹੋਣੀ ਆ। ਐਵੇਂ ਥੋੜਾ ਵੀ ਉਹ ਉੱਡ ਕੇ ਐ ਨੂੰ ਹੋ ਗਿਆ ਤੇ ਉੱਡ ਕੇ ਐ ਨੂੰ ਹੋ ਗਿਆ ਤੇ ਉੱਡ ਕੇ ਐ ਨੂੰ ਹੋ ਗਿਆ, ਨਹੀਂ ਇਸ ਤਰ੍ਹਾਂ ਥੋੜਾ, ਇਸ ਤਰ੍ਹਾਂ ਤੇ ਕੋਈ ਗੱਲ ਦਲੀਲ ਨਹੀਂ ਬਣਦੀ ਹੈਗੀ। ਬਾਕੀ ਇਮਾਰਤਾਂ ਤੇ ਢਈਆਂ ਹੋਣੀਆਂ ਨਾ, ਮੰਨ ਲਓ ਵੀ ਕੋਈ ਚੀਜ਼ ਨੂੰ ਆਪਾਂ, ਸਤਿਗੁਰੂ ਕਹਿੰਦੇ ਵਸਤੂ ਅੰਦਰ ਵਸਤਮ ਆਵੇ ਦੂਜੀ ਹੋਵੇ ਪਾਸ, ਇਹ ਤੇ ਕੁਦਰਤ ਦਾ ਨਿਯਮ ਹੈ ਵੀ ਇੱਕ ਚੀਜ਼ ਨੇ ਇੱਥੋਂ ਇੱਥੇ ਜਾਣਾ ਤੇ ਜਿਹੜੀ ਉੱਥੇ ਚੀਜ਼ ਹੈ ਉਹਨੂੰ ਪਾਸੇ ਹਟਾਉਣਾ ਪੈਣਾ ਹੈ, ਨਹੀਂ ਤਾਂ ਇਸ ਤਰ੍ਹਾਂ ਤੇ ਗੱਲ ਨਹੀਂ ਬਣਨੀ। ਵੇਖੋ, ਇੱਕ ਸੋਚ ਇਹ ਹੈ, ਇੱਕ ਸੋਚ ਇਹ ਹੈ, ਆਪਾਂ ਅੱਜ ਤੱਕ ਪੜ੍ਹਦੇ ਆਉਣੇ ਆ ਵੀ ਸਤਿਗੁਰੂ ਜੀ ਨੇ ਮੱਕਾ ਘੁਮਾਤਾ, ਤੇ ਮੈਂ ਜਿਹੜੀ ਬੇਨਤੀ ਕੀਤੀ ਆ ਵੀ ਜੇ ਮੱਕੇ ਦੀ ਘੁਮਾਉਣ ਵਾਲੀ ਗੱਲ ਹੈ ਤੇ ਸਤਿਗੁਰੂ ਮੱਕਾ ਸ਼ਹਿਰ ਹੈ, ਸਾਊਦੀ ਅਰਬ ਦੇ ਵਿੱਚ ਮੱਕਾ ਸ਼ਹਿਰ ਹੈ, ਮੱਕਾ ਨਹੀਂ ਘੁਮਾਇਆ ਕਿਉਂਕਿ ਸਤਿਗੁਰੂ ਤੇ ਕਾਬੇ ਦੇ ਮੱਕੇ ਦੇ ਵਿਚਾਲੇ ਬੈਠੇ ਆ। ਤੇ ਜੇ ਘੁਮਾਇਆ ਕਾਬਾ, ਇੱਕ ਆਪਾਂ ਪੜ੍ਹਦੇ ਆ ਰਹੇ ਆ ਵੀ ਸਤਿਗੁਰੂ ਜੀ ਨੇ ਮੱਕਾ ਘੁਮਾਤਾ ਜਾਂ ਫੇਰਿਆ ਮੱਕਾ, ਕਵੀ ਜੀ ਨੇ ਲਿਖਿਆ ਵੀ ਫੇਰਿਆ ਮੱਕਾ ਕਲਾ ਦਿਖਾਰੀ,
ਵੀ ਸਤਿਗੁਰੂ ਜੀ ਨੇ ਮੱਕਾ ਹੀ ਫੇਰ ਦਿੱਤਾ ਨਹੀਂ। ਤੇ ਮੰਨ ਲਓ ਜੇ ਮਤਲਬ ਕਿ ਆਪਾਂ ਇਹ ਪੜ੍ਹਦੇ ਆ ਰਹੇ ਆ ਵੀ ਸਤਿਗੁਰੂ ਜੀ ਨੇ ਕਾਬਾ ਘਮਾਤਾ ਜਾਂ ਉਹ ਇਮਾਰਤ ਘਮਾਤੀ, ਤੇ ਉਹਦੇ ਵਿੱਚ ਫਿਰ ਸਾਨੂੰ ਸਬੂਤ ਚਾਹੀਦੇ ਆ ਜਾਂ ਸਾਨੂੰ ਦੱਸਣਾ ਪੈਣਾ ਹੈ ਵੀ ਭਾਈ ਜੇ ਇਹ ਇਮਾਰਤ ਘੁੰਮੀ ਹੈ ਤੇ ਕਿਵੇਂ ਘੁੰਮੀ, ਫਿਰ ਉਹਦੇ ਵਾਸਤੇ ਸਾਨੂੰ ਚਾਹੀਦਾ ਵੀ ਕਿੱਥੇ ਵੀ ਫਿਰ ਤਾਂ ਬੜੀ ਧਰਤੀ ਪੱਟੀ ਕਿਉਂ ਨਹੀਂ, ਜਾਂ ਉਹ ਇਮਾਰਤ ਉੱਡ ਕੇ ਘੁੰਮਣੀ ਸ਼ੁਰੂ ਹੋ ਗਈ। ਸਮਝ ਰਹੇ ਹੋ ਨਾ ਵੀ ਅੱਜ ਤੱਕ ਸਾਨੂੰ ਇਹ ਪੜਾਇਆ ਗਿਆ। ਵੇਖੋ ਮੈਂ ਦੋਨੋਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਤੁਸੀਂ ਮੇਰੇ ਤੇ ਬਲੇਮ ਨਾ ਕਰਿਆ ਕਰੋ ਵੀ ਭਾਈ ਸਾਹਿਬ ਜੀ ਮੈਂ ਦੋਨੋਂ ਚੀਜ਼ਾਂ ਕਹਿ ਰਿਹਾ। ਇੱਕ ਚੀਜ਼ ਇਹ ਹੈ ਵੀ ਇਤਿਹਾਸ ਇਹ ਵੀ ਕਹਿੰਦੇ ਨੇ, ਪਰ ਨਾਲ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਭਾਈ ਇੱਥੇ ਮੱਕੇ ਦੇ ਜਾਂ ਕਾਬੇ ਦੇ ਘੁੰਮਣ ਦੀ ਗੱਲ ਨਹੀਂ, ਇੱਥੇ ਹੈ ਦਿਮਾਗ ਦੇ ਘੁੰਮਣ ਦੀ ਗੱਲ, ਇੱਥੇ ਹੈ ਸੁਰਤ ਦੀ ਘੁੰਮਣ ਦੀ ਗੱਲ, ਇੱਥੇ ਹੈ ਸੋਚ ਦੇ ਘੁੰਮਣ ਦੀ ਗੱਲ। ਜਿਹੜੀ ਸੋਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸੱਜਣ ਦੀ ਬਦਲਤੀ ਨਾ, ਸਰੀਰ ਉਹੀ ਹੈ ਬਦਲਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕੌਡੇ ਦੇ ਕੋਲ ਗਏ, ਸਰੀਰ ਉਹੀ ਸੀ, ਸਤਿਗੁਰੂ ਜੀ ਨੇ ਸੋਚ ਬਦਲ ਕੇ ਰੱਖਤੀ। ਨੂਰਸ਼ਾਹ ਦੀ ਸੋਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਦਲੀ। ਹੁਣ ਮੈਂ ਦਲੀਲ ਇਹ ਦੇ ਰਿਹਾ, ਵੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿੱਥੇ ਵੀ ਗਏ ਨਾ, ਸਤਿਗੁਰੂ ਜੀ ਨੇ ਦਲੀਲ ਨਾਲ ਗੱਲ ਕੀਤੀ। ਗੁਰੂ ਨਾਨਕ ਸਾਹਿਬ ਜੀ ਹਰਿਦੁਆਰ ਗਏ ਨਾ, ਸਤਿਗੁਰੂ ਜੀ ਨੇ ਉੱਥੇ ਤੇ ਇਹਨਾਂ ਦਾ ਹਰਿਦੁਆਰ ਘੁਮਾਇਆ ਨਹੀਂ, ਉੱਥੇ ਤੇ ਦਲੀਲ ਨਾਲ ਗੱਲ ਕੀਤੀ। ਤੁਸੀਂ ਪੂਰਬ ਵੱਲੇ ਪਾਣੀ ਪਾਉਂਦੇ ਹੋ, ਅਸੀਂ ਪੱਛਮ ਵੱਲੇ ਪਾਵਾਂਗੇ, ਦਲੀਲ ਨਾਲ ਗੱਲ ਕੀਤੀ ਨਾ। ਅਗਲੀ ਗੱਲ, ਸਤਿਗੁਰੂ ਜੀ ਜਗਨਨਾਥਪੁਰੀ ਦੇ ਵਿੱਚ ਗਏ, ਜਗਨਨਾਥਪੁਰੀ ਦੇ ਵਿੱਚ ਸਤਿਗੁਰੂ ਜੀ ਨੇ ਮੰਦਿਰ ਨਹੀਂ ਘਮਾਇਆ, ਇੱਥੇ ਤੇ ਰੱਖਿਆ ਜੀ, ਜਗਨਨਾਥਪੁਰੀ ਦਾ ਮੰਦਿਰ ਨਹੀਂ ਘਮਾਇਆ। ਸਤਿਗੁਰੂ ਜੀ ਨੇ ਉੱਥੇ ਕਿਹਾ, ਮਾਲਕ ਜੀ ਕਹਿੰਦੇ ਤੁਸੀਂ ਇਸ ਮੂਰਤੀ ਦੀ ਪੂਜਾ ਕਰ ਰਹੇ ਜੇ, ਵੀ ਤੁਸੀਂ ਮੰਨਦੇ ਹੋ ਵੀ ਇੱਥੇ ਰੱਬ ਹੈ ਇਕੱਲਾ ਮੂਰਤੀ ਦੇ ਵਿੱਚ। ਮਾਲਕ ਜੀ ਕਹਿੰਦੇ ਨੇ ਸੋਚ ਵੱਡੀ ਕਰੋ, ਜਦੋਂ ਸੋਚ ਵੱਡੀ ਕਰਾਂਗੇ ਤੇ ਪ੍ਰਮਾਤਮਾ ਅਕਾਲ ਪੁਰਖ ਦਾ ਇਹ ਸਾਰੇ ਦਾ ਸਾਰਾ ਘਰ ਪ੍ਰਮਾਤਮਾ ਦਾ ਘਰ ਹੈ, ਤੇ ਆਰਤੀ ਇਹਦੀ ਆਪੇ ਹੀ ਹੋ ਰਹੀ ਹੈ। ਥਾਲੀ ਦੇ ਵਿੱਚ ਆਰਤੀ ਕਰਕੇ ਆਰਤੀ ਨਹੀਂ ਹੋਣੀ। ਉੱਥੇ ਸਤਿਗੁਰੂ ਜੀ ਨੇ ਕਿਹਾ ਗਗਨ ਮੈਂ ਥਾਲ, ਗਗਨ ਰੂਪੀ ਥਾਲ ਹੈ, ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ, ਜਨਕ ਮੋਤੀ ਧੂਮ ਲਿਆਲੋ ਵਾਲੀ ਗੱਲ ਸਤਿਗੁਰੂ ਜੀ ਨੇ ਕੀਤੀ। ਮੈਂ ਫਿਰ ਬੇਨਤੀ ਕਰਾਂ, ਇੱਕ ਇਹ ਇਤਿਹਾਸ ਹੈ ਵੀ ਆਪਾਂ ਅੱਜ ਤੱਕ ਪੜ੍ਹਦੇ ਆ ਰਹੇ ਹਾਂ। ਹੁਣ ਇੱਥੇ ਇੱਕ ਗੱਲ ਹੋਰ, ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ, ਮੈਨੂੰ ਵੀ ਕਈਆਂ ਨੇ ਪੁੱਛਿਆ ਵੀ ਭਾਈ ਸਾਹਿਬ ਜੀ ਭਗਤ ਧੰਨੇ ਜੀ ਨੇ ਪੱਥਰ ਦੀ ਪੂਜਾ ਕੀਤੀ, ਬੜੇ ਸਾਡੇ ਧਰਮ ਦੇ ਵਿੱਚੋਂ ਵੀ ਮੰਨਦੇ ਆ ਵੀ ਪੱਥਰ ਦੀ ਪੂਜਾ ਕੀਤੀ। ਪਰ ਮੈਂ ਸੋਚਦਾ ਹੁੰਨਾ ਵੀ ਤੁਸੀਂ ਇਹ ਗੱਲ ਛੱਡੋ, ਤੁਸੀਂ ਭਗਤ ਧੰਨੇ ਨੂੰ ਪੁੱਛੋ, ਭਗਤ ਧੰਨਾ ਜੀ ਤੁਸੀਂ ਪੱਥਰ ਦੀ ਪੂਜਾ ਕੀਤੀ? ਜੇ ਅਸੀਂ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਭਗਤ ਧੰਨਾ ਕਹਿੰਦਾ ਮੈਂ ਤਾਂ ਨਹੀਂ ਕੀਤੀ, ਕੀ ਕਰੂਗੇ? ਭਗਤ ਧੰਨਾ ਜੀ ਇੱਥੋਂ ਤੱਕ ਕਰਕੇ ਅਗਲਿਆਂ ਨੇ ਫਿਲਮਾਂ ਬਣਾਤੀਆਂ ਵੀ ਭਗਤ ਧੰਨਾ ਪੱਥਰ ਦਾ ਪੁਜਾਰੀ ਸੀ, ਭਗਤ ਧੰਨਾ ਕਹਿੰਦਾ ਮੈਂ ਨਹੀਂ ਕੀਤੀ। ਅੱਛਾ ਭਗਤ ਧੰਨਾ ਜੀ ਤੁਸੀਂ ਫਿਰ ਰੱਬ ਨੂੰ ਕਿਵੇਂ ਪ੍ਰਾਪਤ ਕੀਤਾ? ਕਿਉਂਕਿ ਸਾਡੇ ਕੋਲ ਸਭ ਤੋਂ ਵੱਡੀ ਜਿਹੜੀ ਹੈ ਸਾਡੇ ਕੋਲ ਦਲੀਲ ਹੈ ਨਾ, ਜਾਂ ਸਭ ਤੋਂ ਵੱਡੀ ਸਾਡੇ ਕੋਲ ਜਿਹੜੀ ਇਉਂ ਕਹਿ ਲਓ ਵੀ ਸਾਡੇ ਵਾਸਤੇ ਜਿਹੜੀ ਸੁਪਰ ਪਾਵਰ ਕਹਿ ਲਓ, ਸਾਡੇ ਵਾਸਤੇ ਸਿਧਾਂਤ ਕਹਿ ਲਓ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਔਰ ਭਗਤ ਧੰਨੇ ਜੀ ਨੇ ਇਹ ਕਿਹਾ, ਕਹਿੰਦੇ ਧੰਨੈ ਧਨ ਪਾਇਆ ਧਰਣੀ ਧਰ। ਕਿਵੇਂ? ਕਹਿੰਦੇ ਮਿਲ ਜਨ ਸੰਤ ਸਮਾਨਿਆ, ਅਸੀਂ ਤੇ ਰੱਬ ਦੇ ਪਿਆਰਿਆਂ ਦੇ ਕੋਲ ਬੈਠ ਕੇ ਰੱਬ ਨੂੰ ਮਿਲਿਆ। ਉਹਨਾਂ ਤੇ ਕਿਹਾ ਹੀ ਨਹੀਂ ਪ੍ਰਾਪਤ ਕੀਤਾ, ਉਹਨਾਂ ਨੇ ਤੇ ਕਿਹਾ ਹੀ ਨਹੀਂ ਵੀ ਅਸੀਂ ਰੱਬ ਪੱਥਰ ਨੂੰ ਪੂਜਿਆ। ਭਗਤ ਧੰਨਾ ਜੀ ਆਪ ਕਹਿ ਰਹੇ ਨੇ। ਹੋਰ ਸੁਣਿਓ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਲਿਖਿਆ ਭਗਤ ਧੰਨੇ ਦੀ ਬਾਣੀ ਦੇ ਵਿੱਚ, ਮਹਿਲਾ ਪੰਜਵਾਂ ਲਿਖਿਆ, ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਨਾ। ਸ਼ਬਦ ਬੜਾ ਪਿਆਰਾ ਹੈ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਨਾ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜਲਾਹਰਾ ਭਇਓ ਗੁਨੀ ਗਹੀਰਾ। ਅੱਗੇ ਕਿਹਾ ਸੈਨ ਨਾਈ ਬੁਤਕਾਰੀਆ, ਉਹ ਕਟਕਟ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਰਵਿਦਾਸ ਤਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਕਹਿੰਦੇ ਇਹ ਬਿਰਦ ਸੁਣ ਕੇ ਜੱਟ ਰੋ, ਐ ਕੁਝ ਸੁਣ ਕੇ, ਭਗਤਾਂ ਦਾ ਜੀਵਨ ਸੁਣ ਕੇ ਉੱਠ ਭਗਤੀ ਲਾਗਾ। ਕਹਿੰਦੇ ਜਿਵੇਂ ਇਹਨਾਂ ਨੇ ਭਗਤੀ ਕੀਤੀ ਹੈ ਨਾ, ਭਗਤ ਨਾਮਦੇਵ ਜੀ ਨੇ ਕੀਤੀ, ਭਗਤ ਕਬੀਰ ਸਾਹਿਬ ਨੇ ਕੀਤੀ, ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ, ਇਹ ਵੀ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ, ਵਡ ਭਾਗਾ ਕਿੱਥੇ ਲਿਖਿਆ ਪੱਥਰ ਨੂੰ ਪੂਜਿਆ। ਐ ਕਰਕੇ ਨਾ ਅਸੀਂ ਲੈ ਕੇ ਆਇਆ ਕਰੀਏ ਵੀ ਜਿਵੇਂ ਸੁਣੀਆਂ ਸੁਣਾਈਆਂ ਗੱਲਾਂ। ਮੈਂ ਤੇ ਪਹਿਲਾਂ ਬੇਨਤੀ ਕੀਤੀ ਹੈ, ਮਿਲਾਉਣ ਵਾਲਿਆਂ ਨੇ, ਮਿਲਾਵਟ ਪਾਉਣ ਵਾਲਿਆਂ ਨੇ ਬੜਾ ਕੁਝ ਕੀਤਾ ਹੈ। ਸਾਡੇ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਵਿੱਚ ਬੜਾ ਕੁਝ ਅਗਲਿਆਂ ਨੇ ਰਲੇ ਪਾਤੇ। ਸਾਡੇ ਸਾਹਿਬਜ਼ਾਦਿਆਂ ਨੂੰ ਵਿਸ਼ਨੂੰ ਦਾ ਤੇ ਸ਼ਿਵ ਜੀ ਦਾ ਅਵਤਾਰ ਬਣਾਤਾ, ਤੇ ਬੜਾ ਕੁਝ ਹੈਗਾ ਸਾਡੇ ਇਤਿਹਾਸ ਦੇ ਵਿੱਚ ਜੋੜਿਆ ਗਿਆ। ਸਾਡੇ ਕੋਲ ਸਭ ਤੋਂ ਵੱਡੀ ਜਿਹੜੀ ਦਲੀਲ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਹੁਣ ਅਗਲੀ ਗੱਲ ਸੁਣਿਓ, ਇੱਕ ਸੋਚ ਇਹ ਹੈ ਵੀ ਮੱਕਾ ਫਿਰ ਗਿਆ, ਤੇ ਮੱਕਾ ਸ਼ਹਿਰ ਹੈ, ਮੱਕਾ
ਬੜੀ ਵੱਡੀ ਜਗ੍ਹਾ ਹੈ। ਇੱਥੇ ਮੱਕੇ ਦੇ ਵਿੱਚ ਹੈ ਕਾਬਾ। ਜੇ ਫਿਰਦਾ ਤੇ ਕਾਬਾ ਫਿਰਦਾ, ਪਰ ਕਾਬੇ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਫਿਰੇ ਨੇ, ਬੈਠੇ ਨੇ। ਅੱਛਾ ਸੁਣਿਓ ਹੁਣ ਬਚਨ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਜੀਵਨ ਆਇਆ ਨਾ, ਤੇ ਜੀਵਨ ਕਾਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਲੱਤ ਮਾਰੀ। ਤੇ ਸਤਿਗੁਰੂ ਪਹਿਲੀ ਗੱਲ ਤੇ ਕੋਈ ਐਡੀ ਹੈ ਹੀ ਨਹੀਂ, ਜੇ ਗੁਰੂ ਨਾਨਕ ਸਾਹਿਬ ਜੀ ਆਪ ਅਕਾਲ ਪੁਰਖ ਨੇ, ਤੇ ਕਿਸੇ ਦੀ ਹਿੰਮਤ ਨਹੀਂ ਵੀ ਆਣ ਕੇ ਲੱਤ ਮਾਰ ਜਾਵੇ ਗੁਰੂ ਨਾਨਕ ਸਾਹਿਬ ਜੀ ਨੂੰ। ਤੇ ਉਹਨੇ ਆਣ ਕੇ ਲੱਤ ਮਾਰਤੀ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉੱਠੇ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬੜੇ ਕ੍ਰੋਧ ਦੇ ਵਿੱਚ ਇਹ ਜੀਵਨ ਕਾਜੀ ਆਣ ਕੇ ਜਿਹੜਾ ਉਹ ਕਹਿੰਦਾ ਹੈ, लात प्रहारी प्रभु को जीवन अतमतहीन, बहु बोलत दुर्बचन को और करण समचीन। ਕਹਿੰਦੇ ਲਾਤ ਪ੍ਰਹਾਰੀ ਪ੍ਰਭੂ ਕੋ, ਕਹਿੰਦੇ ਰੱਬ ਨੂੰ, ਪ੍ਰਮਾਤਮਾ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਲੱਤ ਮਾਰੀ ਆਣ ਕੇ। ਤੇ ਨਾਲ ਕਹਿੰਦੇ ਨੇ ਬੋਲਤ ਦੁਰਵਚਨ, ਬੜੀਆਂ ਗਾਲਾਂ ਵੀ ਕੱਢੀਆਂ, ਮਾੜੇ ਬੋਲ ਵੀ ਬੋਲੇ। ਦੁਰਵਚਨ ਦਾ ਮਤਲਬ ਹੈ ਭੈੜੇ ਬੋਲ ਬੋਲੇ। ਗੁੱਸੇ ਦੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਹੈ। ਤੇ ਕਹਿੰਦੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਆਮ ਇਨਸਾਨਾਂ ਦੇ ਵਾਂਗ ਇਹ ਜੀਵਨ ਕਾਜੀ ਨੇ ਜਿਹੜਾ ਉਹ ਜਾਣਿਆ ਹੈ ਕਿ ਤੂੰ ਤੇ ਆਏ ਕੋ ਹੈ ਮਤ ਅਨਜਾਨ ਤੇਰੀ, ਮੰਦਰ ਰਸੂਲ ਦਿਸ ਚਰਨ ਪਸਾਰੇ ਹੈ, ਕੌਣ ਹੈ ਇਮਾਨ ਤੇਰੋ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੁਣਨ ਵਾਲਾ ਇਹ ਕਵਿਤ ਲਿਖਿਆ ਹੈ ਕਵੀ ਜੀ ਨੇ। ਸੁਣਿਓ ਬਚਨ ਬੜੇ ਪਿਆਰੇ ਨੇ। ਕਹਿੰਦਾ ਕਿ ਤੂੰ ਤੇ ਆਏ ਕੋ ਹੈ ਮਤ ਅਨਜਾਨ ਤੇਰੀ। ਇੱਥੇ ਕਹਿੰਦਾ ਵੀ ਦੱਸੋ ਤੇਰੀ ਮਤ ਕਿਹੜੀ ਹੈ, ਤੁਸੀਂ ਕਿੱਧਰੋਂ ਆਏ ਹੋ, ਕਿਹੜੇ ਮਤ ਦੇ ਨਾਲ ਤੁਸੀਂ ਜਿਹੜਾ ਉਹ ਸੰਬੰਧ ਰੱਖਦੇ ਹੋ। ਤੇ ਨਾਲ ਕਿਹਾ, ਕਹਿੰਦੇ ਹਿੰਦੂ ਜੇ ਕਿ ਮੁਸਲਮਾਨ ਜੇ। ਕਹਿੰਦੇ ਆਹ ਕੀ ਕੰਮ ਕੀਤਾ ਤੁਸੀਂ, ਰੱਬ ਦੇ ਅੱਲਾਹ ਦੇ ਘਰ ਦੇ ਵੱਲ ਤੁਸੀਂ ਆਪਣੇ ਚਰਨ ਕਰਕੇ ਜਿਹੜੇ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਵੀ ਰੱਬ ਦੇ ਘਰ ਦੇ ਵੱਲ ਤੁਸੀਂ ਆਪਣੇ ਚਰਨ ਕਰਕੇ ਲੰਮੇ ਪਏ ਹੋ। ਮੰਦਰ ਰਸੂਲ ਦਿਸ ਚਰਨ ਪਸਾਰੇ ਹੈ, कौन है ईमान तेरो, हिंदू को तुरक टोरे, उठ को निकास दिन तोहे दुख आवारे है। ਕਹਿੰਦੇ ਵੀ ਤੁਸੀਂ ਰੱਬ ਦੇ ਘਰ ਦੇ ਵੱਲੇ ਚਰਨ ਕਰਕੇ ਪਏ ਜੇ, ਪੈਰ ਕਰਕੇ ਪਏ ਜੇ। ਕਹਿੰਦੇ ਵੀ ਉੱਠ ਕੇ ਨਾ ਪਾਸੇ ਕਰ ਲਓ ਆਪਦੀਆਂ ਲੱਤਾਂ, ਆਪਣੇ ਪੈਰ। ਕਹਿੰਦੇ ਵੀ ਇਹ ਦਿਨ ਤੁਹਾਡੇ ਮਾੜੇ ਚੱਲਦੇ ਪਏ ਨੇ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਕਾਜੀ ਵੀ ਦਿਨ ਤੁਹਾਡੇ ਮਾੜੇ ਨੇ, ਜਿਹੜੇ ਕਾਬੇ ਦੇ ਵਿੱਚ ਆ ਕੇ, ਸਾਡੇ ਮਸਜਿਦ ਦੇ ਵਿੱਚ ਆ ਕੇ, ਸਾਡੇ ਮਕਬਰੇ ਦੇ ਵਿੱਚ ਆ ਕੇ ਤੁਸੀਂ ਇਸ ਪਾਸੇ, ਬੰਦਾ ਤੇ ਸੋਚ ਵੀ ਨਹੀਂ ਸਕਦਾ, ਕਿਉਂਕਿ ਹਰੇਕ ਮੁਸਲਮਾਨ ਵਾਸਤੇ ਇਹ ਪਵਿੱਤਰ ਇਮਾਰਤ ਹੈ। ਤੇ ਹਰੇਕ ਮੁਸਲਮਾਨ ਜਿਹੜਾ ਇਹਨੂੰ ਰੱਬ ਦਾ ਘਰ, ਅੱਲਾਹ ਦਾ ਘਰ ਜਿਹੜਾ ਉਹ ਮੰਨਦਾ ਹੈ। ਐਸੇ ਬਾਨ ਕੌਣ ਕਾਜ ਆਇਓ ਤੈ ਨਿਲਾਜ ਦੌਰ, ਜਾਨੀ ਨਾ ਸਿਫਤ ਜੋ ਮੁਹੰਮਦ ਬਿਸਾਰੇ ਹੈ। ਕਹਿੰਦੇ ਵੀ ਐਡਾ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦਾ ਹੈ, ਕਹਿੰਦੇ ਵੀ ਕਿੱਥੋਂ ਆਇਆ, ਤੇ ਤੁਹਾਨੂੰ ਪਤਾ ਨਹੀਂ ਵੀ ਇਹ ਰੱਬ ਦਾ ਘਰ ਹੈ, ਤੇ ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦਾ ਵੀ ਡਰ ਜਿਹੜਾ ਮਨ ਦੇ ਵਿੱਚੋਂ ਭੁਲਾਤਾ। ਉਹ ਜੀਵਨ ਕਾਜੀ ਕਹਿੰਦਾ ਹੈ ਵੀ ਹਜ਼ਰਤ ਮੁਹੰਮਦ ਸਾਹਿਬ ਦਾ ਡਰ ਵੀ ਭੁਲਾ ਕੇ ਤੇ ਤੁਸੀਂ ਇਸ ਪਾਸੇ ਵੱਲੇ ਆਪਣੇ ਪੈਰ, ਆਪਣੇ ਚਰਨ ਕਰਕੇ ਜਿਹੜੇ ਉਹ ਸੌ ਰਹੇ ਹੋ। श्रोन सुन बैन गुन ऐन गत दैन बोले, चलत चलत मग पग हम हारे हैं। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਕਿਹਾ, ਮਾਲਕ ਜੀ ਕਹਿੰਦੇ ਕਾਜੀ ਨੂੰ, ਸਤਿਗੁਰੂ ਜੀ ਕਹਿੰਦੇ ਵੀ ਅਸਲ ਦੇ ਵਿੱਚ ਗੱਲ ਪਤਾ ਕੀ ਹੈ ਕਾਜੀ ਜੀ, ਵੀ ਮੈਨੂੰ ਦਰਅਸਲ ਨਾ ਗੂੜੀ ਨੀਂਦ ਸੀ ਤੇ ਪਤਾ ਹੀ ਨਹੀਂ ਲੱਗਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਚਲਤ ਚਲਤ ਮਗ ਪਗ ਅਬ ਹਾਰੇ ਹੈ। ਕਹਿੰਦੇ ਸਫ਼ਰ ਤੈਅ ਕਰਦਿਆਂ ਹੋਇਆਂ, ਤੁਰਦਿਆਂ ਸਾਡੀਆਂ ਲੱਤਾਂ ਪੀੜ ਹੋਣ ਲੱਗ ਪਈਆਂ, ਅਸੀਂ ਗਏ ਥੱਕ। ਆ ਗਈ ਨਾ ਉਹੀ ਗੱਲ ਵੀ ਅਸੀਂ ਸਫ਼ਰ ਬੜਾ ਤੈਅ ਕੀਤਾ ਤੇ ਅਸੀਂ ਗਏ ਸਾਂ ਥੱਕ। ਇਸ ਕਰਕੇ ਸਾਨੂੰ ਜਿਹੜਾ ਉਹ ਰਾਤੀ ਇੰਨੀ ਕਿ ਗੂੜੀ ਨੀਂਦ ਸੀ, ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਪਾਸੇ ਜਿਹੜੇ ਉਹ ਪੈਰ ਕਰਨੇ। ਰਾਤੀ ਜਦੋਂ ਬੰਦਾ ਗੂੜੀ ਨੀਂਦ ਦੇ ਵਿੱਚ ਹੁੰਦਾ, ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਪਾਸੇ ਕਿਵੇਂ ਪਿਆ। ਕਹਿੰਦੇ ਵੀ ਅਸੀਂ ਗੂੜੀ ਨੀਂਦ ਦੇ ਵਿੱਚ ਸਾਂ ਤੇ ਸਾਨੂੰ ਜਿਹੜਾ ਉਹ ਬਿਲਕੁਲ ਵੀ ਪਤਾ ਨਹੀਂ ਲੱਗਾ ਹੈ। चाले पंथ पायो शर्म थाक पाए, बेथल को सुध नहीं रही नह पैर कित कीजे है। ਕਹਿੰਦੇ ਵੀ ਬੜਾ ਲੰਮਾ ਸਫ਼ਰ ਤੈਅ ਕੀਤਾ ਸੀ ਤੇ ਇਸ ਕਰਕੇ ਥੱਕ ਗਏ ਸਾਂ ਤੇ ਸਾਨੂੰ ਪਤਾ ਨਹੀਂ ਲੱਗਿਆ ਵੀ ਕਿਹੜੇ ਪਾਸੇ ਅਸੀਂ ਆਪਣੇ ਪੈਰ ਕਰਨੇ ਨੇ। ਗੂੜੀ ਨੀਂਦ 'ਚ ਸਾਂ ਤੇ ਉਹ ਆਪੇ ਸੁੱਤਿਆਂ ਕਿਧਰੇ ਤੁਹਾਡੇ ਮਕਬਰੇ ਦੇ ਵੱਲ ਜਾਂ ਇਸ ਰੱਬ ਦੇ ਘਰ ਦੇ ਵੱਲ ਜਿਹੜੇ ਸਾਡੇ ਪੈਰ ਹੈ ਜਾਂ ਚਰਨ ਹੈ ਉਹ ਹੋ ਗਏ। पायो अनजान दोष याते कीजे थोरो रोस, ऐसो अब कीजे मम चरण गही जिए। ਕਹਿੰਦੇ ਵੀ ਐ ਕਰੋ ਵੀ ਮੈਂ ਆ ਅਣਜਾਣ ਤੇ ਮੇਰੇ ਤੇ ਗੁੱਸਾ ਕਰਨ ਦੀ ਲੋੜ ਨਹੀਂ। ਗੁਰੂ ਨਾਨਕ ਸਾਹਿਬ ਨਿਮਰਤਾ ਦੇ ਵਿੱਚ ਆਣ ਕੇ ਕਹਿੰਦੇ ਵੀ ਭਾਈ ਮੇਰੇ ਤੇ ਗੁੱਸਾ ਕਰਨ ਦੀ ਲੋੜ ਨਹੀਂ, ਮੈਂ ਆ ਅਣਜਾਣ ਤੇ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਵੀ ਸੁੱਤਾ ਹੀ ਪਿਆ ਦਾ, ਹੁਣ ਮੈਨੂੰ ਕੀ ਪਤਾ
ਵੀ ਸੁੱਤਾ ਪਿਆ ਸਾਂ ਤੇ ਤੁਸੀਂ ਗੁੱਸਾ ਨਾ ਕਰੋ ਤੇ ਦੁਰਵਚਨ ਨਾ ਬੋਲੋ ਤੇ ਮੇਰੀ ਇੱਕ ਕੰਮ ਕਰੋ ਵੀ ਤੁਸੀਂ ਮੇਰੀ ਗੱਲ ਮੰਨੋ ਤੇ ਤੁਸੀਂ ਐਂ ਕਰੋ ਵੀ ਮੇਰੇ ਤੋਂ ਤੇ ਪੈਰ ਨਹੀਂ ਹਿਲਾਏ ਜਾਂਦੇ। ਜਿਵੇਂ ਦਾਸ ਨੇ ਪਹਿਲਾਂ ਕਿਹਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰੇ ਤੋਂ ਨਹੀਂ ਉੱਠਿਆ ਜਾਂਦਾ ਭਾਈ, ਮੈਂ ਤੇ ਪਿਆ ਥੱਕਿਆ, ਵੀ ਤੂੰ ਇੱਕ ਕੰਮ ਕਰ ਵੀ ਮੇਰੇ ਜਿਹੜੇ ਚਰਨ ਨੇ ਜਾਂ ਮੇਰੀ ਇੱਕ ਲੱਤ ਫੜ ਕੇ उठने को जोर ना है आते कहो तुझ पाहे ऐसो निज हाथ संग और दिस कीजिए। ਕਹਿੰਦੇ ਵੀ ਮੇਰੇ ਕੋਲ ਉੱਠਣ ਦਾ ਜ਼ੋਰ ਕੋਈ ਨਹੀਂ ਤੇ ਮੇਰੀ ਲੱਤ ਫੜ ਕੇ ਨਾ ਤੇ ਐਂਚੋਂ ਦਾ ਮਤਲਬ ਖਿੱਚ ਲਓ। ਕਹਿੰਦੇ ਜਿਹੜੇ ਪਾਸੇ ਤੁਹਾਡਾ ਜੀ ਕਰਦਾ ਉਸ ਪਾਸੇ ਕਰ ਦਿਓ। ਹੁਣ ਗੁਰੂ ਨਾਨਕ ਸਾਹਿਬ ਜੀ ਕਿੱਥੇ ਨੇ ਭਲਾ? ਕਾਬੇ ਦੀ ਇਮਾਰਤ ਦੇ ਬਿਲਕੁਲ ਸਾਹਮਣੇ ਕਾਬਾ ਜਿਹੜੀ ਇਹਨਾਂ ਦੀ ਇਮਾਰਤ ਹੈ, ਔਰ ਇਹਦੇ ਪਾਸੇ ਇੱਕ ਵੱਡੀ ਚਾਰ ਦੀਵਾਰੀ ਹੈ। ਚੇਤੇ ਰੱਖਿਆ ਜੇ, ਵੱਡੀ ਚਾਰ ਦੀਵਾਰੀ ਹੈ। ਹੁਣ ਤੇ ਚਲੋ ਬੜਾ ਕੁਝ ਬਦਲ ਗਿਆ ਵੈ। 1997 ਦੇ ਵਿੱਚ ਇਹਦੀ ਜਿਹੜੀ ਉਹ ਦੁਬਾਰਾ ਤੋਂ 1997 ਦੇ ਵਿੱਚ ਜਿਹੜੀ ਕਾਬੇ ਦੀ ਇਮਾਰਤ ਹੈ ਨਾ, ਜਿਹੜੀ ਉਹ ਸਾਰੇ ਦਾ ਸਾਰਾ ਇਹ ਪਵਿੱਤਰ ਮਕਬਰਾ ਹੈ, ਇਹਦੀ ਦੁਬਾਰਾ ਤੋਂ ਇਹਨਾਂ ਨੇ ਜਿਹੜਾ ਉਹ ਬਣਾਇਆ ਸੀ, ਸਵਾਰਿਆ ਸੀ ਤੇ ਉੱਥੇ ਹੁਣ ਤੇ ਬੜੀਆਂ ਸੋਹਣੀਆਂ ਲਾਈਟਿੰਗ ਵਗੈਰਾ ਬਹੁਤ ਸੋਹਣਾ ਬਣ ਗਿਆ ਹੈ। ਕਈ ਵਾਰੀ ਇਹ ਜਿਹੜਾ ਕਾਬੇ ਦੀ ਇਮਾਰਤ ਹੈ ਢਈ ਹੈ ਤੇ ਕਈ ਵਾਰੀ ਬਣੀ ਹੈ। ਜਿਵੇਂ ਹਰਿਮੰਦਰ ਸਾਹਿਬ ਆਪਣਾ ਕਈ ਵਾਰੀ ਢਿਆ ਤੇ ਕਈ ਵਾਰ ਬਣਿਆ, ਇਹ ਵੀ ਕਈ ਵਾਰੀ ਢਈ ਹੈ ਤੇ ਕਈ ਵਾਰੀ ਬਣੀ ਹੈ। ਅਗਲੀ ਗੱਲ, ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਫਿਰ ਮੈਂ ਬੇਨਤੀ ਕਰਦੇ ਆ ਵੀ ਆਸੇ ਪਾਸੇ ਕੰਧ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਾਬੇ ਦੀ ਇਮਾਰਤ ਦੇ ਬਿਲਕੁਲ ਸਾਹਮਣੇ ਨੇ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੀ ਨਾ ਵੀ ਉਹਨੂੰ ਕਾਜੀ ਨੂੰ ਕਹਿ ਦੇ ਵੀ ਉਹ ਸਾਹਮਣੇ ਬੈਠਾ ਜਿਹੜਾ ਉਹਦੇ ਵੱਲੇ ਮੇਰੇ ਵੱਲੇ ਇਸ਼ਾਰਾ ਕਰਦੀ ਤੇ ਤਾਂ ਹੀ ਅੰਦਰ ਜਾਣ ਦੇਣਗੇ। ਇਹਦਾ ਮਤਲਬ ਕਿ ਵਿੱਚ ਨੇ, ਕੰਧ ਤੋਂ ਬਾਹਰ ਨਹੀਂ। ਕਿਉਂਕਿ ਕੰਧ ਤੋਂ ਬਾਹਰ ਤੇ ਝਾੜੂ ਲਾਉਣ ਦਾ ਮਤਲਬ ਹੀ ਨਹੀਂ ਬਣਦਾ ਉਹ ਜੀਵਨ ਕਾਜੀ ਦਾ। ਕੰਧ ਤੋਂ ਬਾਅਦ ਤੇ ਘਰ ਵੀ ਹੋਣਗੇ ਅਗਲਿਆਂ ਦੇ, ਹਨਾ। ਕੰਧ ਤੋਂ ਬਾਹਰ ਥੋੜਾ ਆਪਾਂ ਕਿਸੇ ਨੂੰ ਰੋਕ ਦਿੰਦੇ ਆ, ਜਿਹੜੇ ਪਾਸੇ ਮਰਜੀ ਅਗਲਾ ਸੌਵੇਂ। ਹੁਣ ਇਹਦਾ ਮਤਲਬ ਇਹ ਵੀ ਚਾਰ ਦੀਵਾਰੀ ਦੇ ਅੰਦਰ ਹੈ। ਜਿਵੇਂ ਗੁਰਦੁਆਰੇ ਦੀ ਬਿਲਡਿੰਗ ਹੈ ਤੇ ਗੁਰਦੁਆਰੇ ਦੀ ਬਿਲਡਿੰਗ ਦੇ ਅੰਦਰ ਹੈ। ਇਹ ਇੱਕ ਨੁਕਤਾ ਸਮਝਿਓ ਤਾਂ ਕਿ ਗੱਲ ਸਪਸ਼ਟ ਹੋ ਜੇ, ਸਮਝ ਦੇ ਵਿੱਚ ਆ ਸਕੇ। ਸਾਨੂੰ ਜ਼ਰੂਰੀ ਨਹੀਂ ਹੈਗਾ ਵੀ ਜੋ ਕੁਝ ਸਾਨੂੰ ਪੜ੍ਹਿਆ ਗਿਆ, ਜੋ ਕੁਝ ਅਸੀਂ ਦੱਸਿਆ, ਸਾਨੂੰ ਦੱਸਿਆ ਗਿਆ ਜਾਂ ਜੋ ਕੁਝ ਅਸੀਂ ਸੁਣਿਆ ਵੀ ਉਹੀ ਸੱਚ ਹੋਵੇ। ਸੱਚ ਕੁਝ ਹੋਰ ਵੀ ਹੋ ਸਕਦਾ, ਨਵੀਂ ਸੋਚ ਵੀ ਤੇ ਹੋ ਹੀ ਸਕਦੀ ਹੈ। ਹੁਣ ਸਤਿਗੁਰੂ ਜੀ ਉਸ ਕਾਬੇ ਦੀ ਇਮਾਰਤ ਦੇ ਬਿਲਕੁਲ ਸਾਹਮਣੇ ਹੈ ਕਾਬੇ ਦੀ ਜਿਹੜੀ ਉਹਦੇ ਵਿੱਚ ਮਕਬਰਾ ਆ। ਤੇ ਸਤਿਗੁਰੂ ਜੀ ਕਹਿੰਦੇ ਵੀ ਇਉਂ ਕਰ, ਜਿਹੜੇ ਪਾਸੇ ਤੈਨੂੰ ਲੱਗਦਾ ਨਾ ਵੀ ਰੱਬ ਦਾ ਘਰ ਨਹੀਂ ਹੈਗਾ ਤੇ ਉਸ ਪਾਸੇ ਤੋਂ ਸਾਡੇ ਇਹ ਚਰਨ ਲੱਤ ਫੜ ਕੇ ਤੇ ਸਤਿਗੁਰੂ ਜੀ ਕਹਿੰਦੇ ਖਿੱਚ ਕੇ ਕਰਦੇ। ਹੁਣ ਉਹਨੇ ਕੀ ਕੀਤਾ? ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੱਤ ਜਿਹੜੀ ਉਹ ਫੜਨਾ ਕੀਤੀ ਹੈ। ਆਏ ਪਰਦੇਸੀ ਨਹਿ ਜਾਣ ਹਮ ਬਾਤ ਐਸੀ ਜੈਸੀ ਪਾਵੇ ਤੈਸੀ ਕਰ ਚਿੱਤ ਮੈਂ ਨਾ ਖੀਜੀਏ। ਸਤਿਗੁਰੂ ਜੀ ਕਹਿੰਦੇ ਵੀ ਅਸੀਂ ਆ ਪਰਦੇਸੀ, ਪਰਦੇਸ ਤੋਂ ਆਏ ਆ, ਦੂਰੋਂ ਆਇਆ, ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀ ਵੀ ਇਸ ਪਾਸੇ ਪੈਰ ਨਹੀਂ ਕਰਨੇ ਭਾਈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਸਾਡੇ ਤੇ ਗੁੱਸਾ ਨਾ ਕਰੋ ਭਾਈ, ਸਾਨੂੰ ਇਸ ਗੱਲ ਦਾ ਪਤਾ ਕੋਈ ਨਹੀਂ ਸੀ, ਅਸੀਂ ਹਿਸਾਬ ਨਾਲ ਜਾਣ। ਤੇ ਹੁਣ ਤੈਨੂੰ ਜਿਹੜੇ ਪਾਸੇ ਜਿਵੇਂ ਲੱਗਦਾ ਨਾ ਵੀ ਉਵੇਂ ਕਰ, ਵੀ ਉਸ ਪਾਸੇ ਸਾਡੇ ਪੈਰ ਕਰਦੇ, ਉਸ ਪਾਸੇ ਸਾਡੀਆਂ ਲੱਤਾਂ ਕਰਦੇ, ਜਿਹੜੇ ਪਾਸੇ ਤੈਨੂੰ ਲੱਗਦਾ ਵੀ ਰੱਬ ਦਾ ਘਰ ਨਹੀਂ ਹੈ। ਜਿਤ ਦਿਸ ਨਹੀਂ ਖੁਦਾਏ ਕਰ ਤੇ ਜਾਣਿਓ ਮਨ ਮਾਹੇ ਕਰੋ ਮੁਲਾਨੇ ਤਿਤ ਦਿਸਾ ਬਰਜਤ ਤੁਝ ਕੋ ਨਾਹੇ। ਸਤਿਗੁਰੂ ਜੀ ਕਹਿੰਦੇ ਵੀ ਤੁਹਾਨੂੰ ਨਹੀਂ ਅਸੀਂ ਰੋਕਣਾ। ਵੀ ਸਤਿਗੁਰੂ ਜੀ ਕਹਿੰਦੇ ਮੇਰੇ 'ਚ ਹਿੰਮਤ ਹੀ ਹੈ ਨਹੀਂ ਵੀ ਅਸੀਂ ਆਪਣੇ ਜਿਹੜੇ ਨੇ ਉਹ ਚਰਨ ਕਿਸੇ ਪਾਸੇ ਲੱਤਾਂ ਹਿਲਾ ਸਕੀਏ, ਵੀ ਸਾਡੇ ਕੋਲ ਕੋਈ ਨਹੀਂ ਹਿੰਮਤ। ਜਿਹੜੇ ਪਾਸੇ ਤੈਨੂੰ ਲੱਗਦਾ ਵੀ ਖੁਦਾ ਦਾ ਘਰ ਨਹੀਂ ਨਾ ਹੈਗਾ, ਰੱਬ ਦਾ ਘਰ ਨਹੀਂ ਹੈਗਾ, ਉਸ ਪਾਸੇ ਕਰ ਦੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਕੀ ਕੀਤਾ? ਇਹਨੇ ਮੁੱਲਾ ਇਹ ਜਿਹੜਾ ਸੀ ਜੀਵਨ ਕਾਜੀ ਬੜਾ ਗੁੱਸੇ ਦੇ ਵਿੱਚ ਆਇਆ ਹੈ। ਮੁੱਲਾ ਰਿਸ ਕੀ ਨਿਗਹਿ ਲੀਨੋ ਹੈ ਚਰਨ ਗੁਰ ਬਲ ਹੋ ਸੋ ਕਸੀਟ ਔਰ ਦਿਸਾ ਪਰਮਾਏ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਇਸ ਮੁੱਲਾ ਨੇ ਫੜ ਲਈ ਲੱਤ, ਚਰਨ ਫੜ ਲਏ। ਹੁਣ ਜਦੋਂ ਹੀ ਚਰਨ ਫੜੇ ਨਾ, ਇੱਥੇ ਮੈਂ ਇੱਕ ਬੇਨਤੀ ਕਰਦੇ ਆ, ਪਹਿਲਾਂ ਵੀ ਦਾਸ ਨੇ ਕਿਹਾ ਹੈ ਵੀ ਜਦੋਂ ਸਤਿਗੁਰੂ ਜੀ ਦੇ ਚਰਨਾਂ ਨੂੰ ਹੀ ਹੱਥ ਲਾ ਲਿਆ, ਉੱਥੇ ਮੱਕੇ ਨੂੰ ਘਮਾਉਣ ਦੀ ਲੋੜ ਕਿੱਥੇ ਰਹਿ ਗਈ ਹੈ। ਸਤਿਗੁਰੂ ਜੀ ਦੇ ਚਰਨ ਫੜ ਲਏ ਨੇ, ਭਾਵੇਂ ਕਿਵੇਂ ਹੀ ਫੜੇ, ਗੁੱਸੇ ਦੇ ਵਿੱਚ ਹੀ ਫੜੇ ਨੇ, ਫੜੇ ਤੇ ਹੈਗੇ ਨੇ ਨਾ। ਸਤਿਗੁਰੂ ਜੀ ਦੇ ਚਰਨਾਂ ਨੂੰ ਹੱਥ ਲਾਇਆ ਇਹਨੇ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸਨਾ ਭਰਿਆ ਰੇ। ਇੱਥੇ ਤੇ ਬਚਨ ਆਏ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ। ਮਾਲਕ ਜੀ ਕਹਿੰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਮੈਂ ਦੋ ਵਿਚਾਰਾਂ ਆਪ ਜੀ ਦੇ ਸਾਹਮਣੇ ਰੱਖੀਆਂ।
एक विचार है जिहड़ी सानू सुनाई गई है शुरू तो भी मक्का घुमिया। मैं फिर बेनती करा, मक्का नहीं घुमिया। मक्का एक शहर है ते मक्के दे विच ही गुरु नानक साहब बैठे ने। काबे दी इमारत जिहड़ी इहदे विच है, जे मक्का घुमिया ते फिर गुरु नानक साहब जी उहदे विच है इमारत दे विच। मैं पहला कहा भी अमृतसर साहब दे विच हरमंदर साहब है। हरमंदर साहब घुमिया कि अमृतसर साहब घुमिया, सानू इस गल का पता होना चाहिए, क्योंकि जे मक्का घुमिया तो फिर ते दिशा बदलने का कुछ सवाल ही नहीं पैदा होता। तो जे सतगुरु काबे की इमारत में बैठे हैं, सानू ये दसिया गया सी, ये पढ़ते हैं। एक विचार ये कहती है भी सतगुरु जी ने मक्का घुमाता, सतगुरु जी ने काबा घुमाता, एक विचार ये है। ते दूसरी विचार अज बहुत सारे इतिहासकार, बहुत सारे फिलोसफर, बहुत सारिया जो गूगल ते सर्च मारोगे ना, मक्का फेरन वाली गल जो पढ़ोगे तो सामने आ जाना। सब कुछ तो सामने इंटरनेट पर पिया हुआ, तुसीं उहनूं भी पढ़ लिओ। ਉਹਦੇ ਤੇ ਵੀ ਅਗਲਿਆਂ ਨੇ ਆਪਣੇ ਸਪਸ਼ਟੀਕਰਨ ਦਿੱਤੇ ਆ। ਭਾਈ ਗੁਰੂ ਨਾਨਕ ਸਾਹਿਬ ਜੀ ਨੇ ਮੱਕਾ ਨਹੀਂ, ਗੁਰੂ ਨਾਨਕ ਸਾਹਿਬ ਜੀ ਨੇ ਉਸ ਜੀਵਨ ਕਾਦੀ ਦੀ ਸੋਚ ਬਦਲੀ। ਔਰ ਅਗਲੀ ਗੱਲ ਸੁਣਿਓ, ਤੇ ਜੇ ਕੱਲਾ ਜੀਵਨ ਕਾਜੀ ਨੂੰ ਹੀ ਘੁਮਾ ਕੇ ਵਿਖਾ ਦਿੱਤਾ ਵੀ ਘੁੰਮ ਗਿਆ ਬਈ, ਤੇ ਬਾਕੀ ਜਿਆਦਾ ਫਿਰ ਸਤਿਗੁਰੂ ਸਾਰਿਆਂ ਨੂੰ ਹੀ ਮੁਲਾਣਿਆਂ ਨੂੰ ਘੁਮਾ ਕੇ ਵਿਖਾਉਣ, ਸਵਾਦ ਤੇ ਫੇਰ ਆਉਂਦਾ। ਇਹ ਥੋੜਾ ਵੀ ਇੱਕ ਜਣੇ ਨੂੰ ਵਿਖਾਤਾ, ਬਾਕੀ ਆਏ ਤੇ ਉਹਨਾਂ ਨੇ ਵੇਖਿਆ ਵੀ ਉੱਥੇ ਹੀ ਹੈ। समझन च कुछ ना कुछ तो गल हैगी है ना, भी एक जने नूं घुमा के विखाता। ते और होर सुनियो, इत्थे कल नूं आपां साझा करना है, ਉਹਨੇ ਵੇਖ भी लिया, ठंडा फेर नहीं होया। या तो यह होंदा ना भी कहंदा भी भाई गुरु नानक साहब तुसीं ते मक्का घुमाता, मैं तुहाडे चरण फड़ ले ते मेरा तो जीवन सबला हो गया। समझना उन्हें फिर भी नहीं, वो फिर गुस्से दे विच है। इस करके ना मैं बेनती कर रहा भी तुसीं ये ना कहो जे भी कल नूं फिर तुसीं, मैनू पता भी बड़े फोन आने हैं, मैनू कई सोचते पे भी सवेर हो लेंदे भाई साहब नूं फोन करांगे भी गल। मैं स्पष्ट कर रहा, गूगल ते सर्च मारो तुहानूं दोवें विचारां मिल जाणगीआं, आ भी मिल जाएगी पर आ भी मिल जाएगी। हाँ जिहड़ी मैनू लगदा है ना, जिहड़ी मैनू विचार समझ दे विच आउंदी है भी गुरु नानक साहब जी जिथे गए, सतगुरु गुरु नानक साहब जी ने उत्थे सोच बदली है। सोच बदली गुरु नानक साहब जी ने, सोचण दा तरीका बदलिया। अल्लाह ताला रब हर थां ते है। गुरमत ये गल कह रही है, जय जय पेखो तह है हजूर दूर कतू ना जाई। गुरमत ये गल कर रही है, इबै बीठल उबै बीठल बीठल बिन संसार नहीं, थान थनंतर नामा प्रणमय पूरे तू सर्व नहीं। गुरमत ये गल कर रही है भी कण कण दे विच रब हरेक थां ते, रब दी मौजूदगी हर थां ते है। जरूरी नहीं, आ देखो हिंदू पूजै देहरा, गुरमत गुरबाणी की गल मैं कर रहा। हिंदू पूजै देहरा, मुसलमान मसीत। हिंदू कहता है रब मंदिर दे विच है, मुसलमान कहता है रब मसीत दे विच है। नामे सोई सेविया ते देवरा ना मसीत। कहते असीं तां उस रब दे पुजारी हां जिहड़ा ना मंदिर दे विच है ते ना मसीत दे विच है, जिहड़ा हर थां ते आ, जिहड़ा साडे अंदर बैठा होया। आ गुरमत कहंदी पई है। गुरमत आ गुरु ग्रंथ साहिब जी दी बाणी कहंदी पई है। सानू सतगुरु जी ने उपदेश दिता है। और चेते रखियो जे किसी नूं समझाउण वास्ते जरूरी नहीं हैगा भी गुरु नानक साहब जी ने करामात दा सहारा लिया। सतगुरु दे बोल ही इन्ने के तगड़े ने, अगला पढ़दा है। गुरु साहब दे कोलों शब्द सुनिया सी सज्जन ने, अगला सुन के गुरु नानक साहब दे चरणां च बह गया। मालक कहंदे उज्जल कहा झलकना, गुरु नानक साहब दे बोलां दे विच इन्नी क ताकत है। सतगुरु गुरु नानक साहब जरूरी नहीं भी मक्के नूं घुमा के गल बननी है। बड़ियां जड़ियां वो हैगियां गुरु साहब कृपा करे। हाँ जे किसी को कोई वड्डी दलील होवे ना तो वो कोशिश करियो भी भाई साहब दे नाल जिहड़ी वो विचार जरूर साझी करियो भी जे कोई वड्डी दलील हैगी, हाँ भाई साहब जी आ साडे कोल पता हैगा, सानू दलील हैगी है भी हो सकदा मेरी नॉलेज च वाधा हो जाए, हो सकदा मैं गलत होवां, जरूरी थोड़ा है। आपो अपनी सोच है, मैं कोई तुहाडे ते ठोप नहीं रहा भी तुसीं ऐ ही सोचना जो तुहाडे कोल दलील हैगी वधिया ते मेरी नॉलेज च वाधा कर दिओ, मैनूं दस दिओ। गुरु कृपा करे। बड़ा प्यारा अगला इतिहास है, आउण वाले दीवाना दे विच साझा करांगे। होईयां भुल्लां लई मुआफी फतेह बुलाओ। वाहिगुरू जी का खालसा, वाहिगुरू जी की फतेह। सतनाम श्री वाहिगुरू साहिब जीओ। राम कली महला तीजा। आनंद एक ओंकार सतगुर प्रसाद। आनंद पिया मेरे माए, सतगुरु मैं पाया, सतगुर तां पाया सहज सेती मन वजियां वधाइयां।
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਓ ਹਰਿ ਕੇਰਾ ਮਨ ਜਿਨੇ ਵਸਾਇਆ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰੋਂ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਕਰ ਤਾਂ ਤੇਰੇ ਸਭ ਕਿਛ ਹੈ ਜਿਦਹਿ ਸੋ ਪਾਵੇ, ਸਦਾ ਸਲਾਹ ਤੇਰੇ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਜ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨੈ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ